जिन्ना मर्जी कोई बंदा साध होके उत्थे वग जाए, दिल्ली का पानी पींदे सारी ना देश का विरोधी हो जाता है। पर मैनू ये दसो भी दिल्ली का तख्त हिलाया जा सकता है कि नहीं? जी दिल्ली का तख्त पोलो ही बहुत है। बार बार प्रधानमंत्री कह रहे एमएसपी नहीं हटूगी, नहीं हटूगी, लोग समझण, लोग गुमराह ना होण, एमएसपी रहूगी। हाँ देखो, एमएसपी नहीं हटूगी, कानून बना दे, ये तो एक प्रबंध की तौर पे है भी एमएसपी हुणे जारी करती। साडा धंधा है, सानू जदों किसी ने साडे ते हमला किया नाले तां असीं धन दिन्ने आ, नाले धीआं दिन्ने आ। भी जिस देश की किसानी अमीर हुंदी आ, तकड़ी हुंदी आ, वो देश भी तकड़ा होता है। जिस देश की किसानी नहीं तकड़ी, वो देश तकड़ा नहीं होता। ये 50 तक की देना जी, 5 देने नूं तैयार नहीं। जेड़े खर्चे ते तुहानूं 5% नफा देने नूं कोई तैयार नहीं, ते उस किसान की आमदन दुगनी किवें कर देणगे? इन्हां कोल किहड़ा अलादीन दा लैंप है? सिख हिंदू मुसलमान, मुसलमान सिख, ये तां साडे कोल बहुत तकड़ा फंड है पिछले 150 वरे दा। अपील कराना की औखा है? नीयत सीधी चाहिए। गलती हो जाए ना चाहुंदे गलती हो जाए, कई बारी विजन च नहीं आउंदी बंदा है, पर जदों सारे कहण भी आपां गलत हो गए, आपां गलत हो गए, रिपील करदे हुण भी कीता जा सकदा है। डुੱਲੇ बेरां दा कुछ नहीं बिगड़िया। पॉलिटिशियन दे घरे ते ओदी कोठी ते अगे बह जाण, नाले तां ये भुखे नहीं मरनगे, नाले गालां देण दी लोड़ नहीं, नाले ਚੱਕ देंगे ਚੱਕਦੇ कहण दी लोड़ नहीं। ते सामने जो 5-7 हज़ार बंदा सामने बैठा है, ते अंदर बैठा पॉलिटिशियन वैसे अद्धा रह जाए भी आ की भाणा वरत गया। कमाल की गल है, लोक राज होने के बावजूद भी साडे मुल्क की हाकम श्रेणी का जिहड़ा किरदार है वो राजतंत्र का है, मोनार्कीकल। और तुहानूं पता है भी कोविड के दरम्यान पंजाब ते हरियाणे दे विचों कणक ते जीरी हिंदुस्तान के दूजे हिस्सों च गई है। 1 ਲੱਖ नहीं, 2 ਲੱਖ नहीं, 4 ਲੱਖ नहीं, 5 ਲੱਖ नहीं, 46 ਲੱਖ टन। सरकार कॉरपोरेट्स ਨੂੰ ਚਲਾ ਰਹੀ ਹੈ ਜਾਂ ਕਾਰਪੋਰੇਟ ਸਰਕਾਰ ਨੂੰ ਚਲਾਉਂਦੀ? ਕਾਰਪੋਰੇਟ ਸੈਕਟਰ ਸਰਕਾਰ ਨੂੰ ਚਲਾ ਰਿਹਾ। ਉਹਨਾਂ ਨੇ ਜਰ ਖਰੀਦ ਗੋਲੇ ਨੇ, ਜਿਹਦੇ ਖਾਣ ਛੋਲੇ ਤੇ ਉਹਦੇ ਹੋਈਏ ਗੋਲੇ, ਤਾਂ ਕਿ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਹੋਵੇ, ਉਹਦੀ ਜਿਹੜੇ ਪ੍ਰੋਡਕਟ ਹੈ, ਉਹਦੀ ਪੈਦਾਵਾਰ ਹੈ, ਉਹਦੀ ਉਪਜ ਹੈ, ਉਹਦੇ ਆਪਣਾ ਕਬਜ਼ਾ ਹੋਵੇ, ਆਪਾਂ ਆਪਣੇ ਰੇਟਾਂ ਤੇ ਉਹ ਤੋਂ ਖਰੀਦ ਕੇ ਆਪਣੇ ਰੇਟਾਂ ਤੇ। ਪੂਰੇ ਮੁਲਕ ਦੇ ਵਿੱਚ ਨਹੀਂ, ਪੂਰੀ ਦੁਨੀਆ 'ਚ ਹੁਣ ਖੇਤੀ ਬਿੱਲਾਂ ਦੀ ਚਰਚਾ ਹੋ ਰਹੀ ਹੈ, ਕਾਨੂੰਨ ਬਣ ਚੁੱਕੇ ਨੇ, ਤੇ ਅੱਜ ਸਵਾਲ ਉੱਠ ਰਿਹਾ ਹੈ ਕਿ ਆਖਰ ਕਿਸਾਨਾਂ ਦੀ ਪੁੱਛੀ ਕਿਉਂ ਨਹੀਂ ਗਈ, ਕਿਸਾਨਾਂ ਤੋਂ ਕੰਸੈਂਸਸ ਕਿਉਂ ਨਹੀਂ ਲਿਆ ਗਿਆ ਕਿ ਆਖਰ ਵਾਕਿਆ ਹੀ ਗਰਾਊਂਡ ਦੇ ਉੱਤੇ ਇਹਦੀ ਲੋੜ ਹੈਗੀ ਸੀ ਜਾਂ ਨਹੀਂ ਹੈਗੀ ਸੀ। ਪੂਰਾ ਪੰਜਾਬ ਹੁਣ ਐਜੀਟੇਸ਼ਨ ਦੇ ਰਾਹ ਤੇ ਹੈ, ਔਰ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਹਮੇਸ਼ਾ ਸਾਡੇ ਨਾਲ ਦਗੇਬਾਜ਼ੀ ਕਰਦੀ ਆਈ ਹੈ। ਇਸ ਦੇ ਉੱਤੇ ਚਰਚਾ ਕਰਦੇ ਹਾਂ। ਬਾਪੂ ਬਲਕੌਰ ਸਿੰਘ ਸਾਡੇ ਨਾਲ ਨੇ, ਕਿਸਾਨ ਵੀ ਨੇ ਔਰ ਖੁਦ ਆਪ ਬਿਊਰੋਕਰੈਟ ਵੀ ਰਹੇ ਨੇ, ਤਾਂ ਇਸ ਗੱਲ ਨੂੰ ਸਮਝਣਾ ਪਊਗਾ ਸਾਨੂੰ ਕਿ ਇਹ ਅੰਦਰੋਂ ਬਾਹਰੋਂ ਚੀਜ਼ਾਂ ਨੂੰ ਦੇਖ ਚੁੱਕੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜਿਉਂਦੇ ਰਹੋ ਜੀ। ਦੱਸੋ। ਸਤਿ ਸ਼੍ਰੀ ਅਕਾਲ, ਹੁਕਮ ਸੇਵਾ। ਅੱਜ ਕਿਸਾਨ ਹੋਣ ਦੇ ਨਾਤੇ ਦੱਸੋ ਕਿ ਦਿੱਲੀ ਸਾਡੇ ਨਾਲ ਕਿਹੋ ਜਿਹਾ ਵਰਤਾਰਾ ਕਰਦੀ ਰਹੀ ਹੈ ਤੇ ਹੁਣ ਕਿਹੋ ਜਿਹਾ ਕਰ ਰਹੀ ਹੈ? ਜੇ ਦਿੱਲੀ ਦਾ ਇਤਿਹਾਸ ਵੇਖੀਏ, ਦਿੱਲੀ ਦਾ ਇਤਿਹਾਸ, ਉਹਨੇ ਹਿੰਦੁਸਤਾਨ ਨੂੰ ਕਦੇ ਵਫਾ ਨਹੀਂ ਕੀਤਾ। ਪਤਾ ਨਹੀਂ ਕੀ ਗੱਲ ਹੈ ਉੱਥੇ। ਬੰਦਾ ਜਦੋਂ ਪਾਣੀ ਪੀਂਦਾ ਨਾ, ਜਿੰਨਾ ਮਰਜੀ ਕੋਈ ਬੰਦਾ ਸਾਧ ਹੋ ਕੇ ਉੱਥੇ ਵਗ ਜਾਏ, ਦਿੱਲੀ ਦਾ ਪਾਣੀ ਪੀਂਦਿਆਂ ਸਾਰੀ ਨਾ ਦੇਸ਼ ਦਾ ਵਿਰੋਧੀ ਹੋ ਜਾਂਦਾ ਹੈ। ਕਿਸੇ ਇੱਕ ਫਿਰਕੇ ਦਾ ਨਹੀਂ, ਟੋਟਲ ਦੇਸ਼ ਦਾ ਵਿਰੋਧੀ, ਤੇ ਬਗਾਨਿਆਂ ਹਿੱਤਾਂ ਦੀ ਰਾਖੀ ਕਰਨ ਲੱਗ ਜਾਂਦਾ ਹੈ। 1200 ਵਰੇ ਇਤਿਹਾਸ ਤਾਂ ਮੈਂ ਜਾਣਦਾ। ਸਾਡੇ ਨਾਲ ਦਿੱਲੀ ਨਹੀਂ ਖੜੀ, ਲੋਕ ਖੜੇ ਆ। ਰਾਜ ਕਰਦਾ ਸ਼੍ਰੇਣੀ ਦਿੱਲੀ ਤੇ ਜਿਹੜੀ ਬਹਿ ਗਈ, ਉਹ ਲੋਕਾਂ ਦੇ ਵਿਰੋਧ 'ਚ ਖੜੀ ਆ। ਗਰੀਬ ਕੰਮ ਕਰਨ ਵਾਲੇ, ਦਿੱਲੀ ਦੇ ਆਲਾ ਦੁਆਲਾ ਗਰੀਬ ਸੀ, ਬਹੁਤ ਮਾਰੂ ਇਲਾਕਾ ਸੀ। ਦਿੱਲੀ ਦੇ 4 ਚੁਫੇਰੇ ਕੋਈ ਸਹੂਲਤ ਨਹੀਂ ਸੀ, ਜੰਗਲ ਸੀ। ਉਹਨਾਂ ਲੋਕਾਂ, ਦਿੱਲੀ ਦੇ ਕਿਸੇ ਰਾਜੇ ਨੇ ਵੀ ਦਿੱਲੀ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਸਿਰਫ ਕਿਲੇ ਬਣਾਏ ਇਕੱਲੇ, ਕਦੇ ਸ਼ਾਹਜਹਾਨ ਨੇ ਬਣਾ ਲਿਆ ਜਾਂ ਹੋਰ ਮੁਗਲ ਬਾਦਸ਼ਾਹ ਨੇ ਬਣਾ ਲਿਆ, ਤੇ ਲੋਕਾਂ ਵਾਸਤੇ ਕੁਝ ਨਹੀਂ ਕੀਤਾ। ਤੇ ਹੁਣ ਮੋਦੀ ਸਾਹਿਬ ਜਿਹੜੇ ਰਾਜੇ ਆ ਸਾਡੇ, ਹੁਣ ਜਿਹੜਾ ਲੋਕ ਰਾਜ ਆ ਗਿਆ, ਕਮਾਲ ਦੀ ਗੱਲ ਹੈ। ਲੋਕ ਰਾਜ ਹੋਣ ਦੇ ਬਾਵਜੂਦ ਵੀ ਸਾਡੇ ਮੁਲਕ ਦੀ ਹਾਕਮ ਸ਼੍ਰੇਣੀ ਦਾ ਜਿਹੜਾ ਕਿਰਦਾਰ ਹੈ ਉਹ ਰਾਜਤੰਤਰ ਦਾ ਹੈ, ਮੋਨਾਰਕੀਕਲ।
ਉਹਦੇ ਵੀ ਅਸੀਂ ਤਾਂ ਇਹਨਾਂ ਦੇ ਬਾਦਸ਼ਾਹ, ਇਹ ਸਾਡੀ ਜਨਤਾ ਹੈ, ਰਿਆਇਆ। ਲੋਕ ਰਾਜ ਦੇ ਵਿੱਚ ਕਦੇ ਲੋਕ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਰਿਆਇਆ ਨਹੀਂ ਹੁੰਦੇ। ਲੋਕ ਰਾਜ ਦੇ ਵਿੱਚ ਲੋਕ ਨਾਗਰਿਕ ਹੁੰਦੇ ਆ, ਜਨਤਾ ਵੀ ਨਹੀਂ ਹੁੰਦੇ, ਕਿਉਂਕਿ ਨਾਗਰਿਕ ਹੀ ਸਰਕਾਰਾਂ ਨੂੰ ਚੁਣਦੇ ਆ। ਜਨਤਾ ਕੋਲ ਤਾਂ ਕੋਈ ਘਰ ਹੀ ਨਹੀਂ ਹੁੰਦਾ ਵਿਚਾਰੀ ਕੋਲ। ਬਿਲਕੁਲ ਠੀਕ ਹੈ, ਇਸ ਕਰਕੇ ਪਰ ਉਹਨਾਂ ਦੀ ਮਾਨਸਿਕਤਾ ਅਜੇ ਵੀ ਕੀ ਫਰਕ ਹੈ ਜਨਤਾ ਤੇ ਨਾਗਰਿਕ ਚ, ਕੀ ਫਰਕ ਹੈ? ਹਾਂ, ਜਨਤਾ ਵਿੱਚ ਇਹ ਆ ਵੀ ਜਦੋਂ ਰਾਜਤੰਤਰ ਹੁੰਦਾ ਹੈ, ਮੋਨਾਰਕੀਕਲ ਸਿਸਟਮ ਹੁੰਦਾ ਹੈ, ਠੀਕ ਹੈ, ਉੱਥੇ ਜਿਹੜੀ ਪਬਲਿਕ ਹੁੰਦੀ ਹੈ ਉਹਨੂੰ ਜਨਤਾ ਕਿਹਾ ਜਾਂਦਾ ਹੈ। ਉਹਦੇ ਤੇ ਰਾਜ ਕੀਤਾ ਜਾਂਦਾ ਹੈ, ਉਹਦੇ ਕੋਲ ਆਪਣਾ ਕਿਸੇ ਦੁੱਖ ਸੁੱਖ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ। ਪਬਲਿਕ ਕੋਲੇ ਕੋਈ ਹੱਕ ਨਹੀਂ ਹੁੰਦਾ। ਹਾਂ, ਪਬਲਿਕ ਨੂੰ ਜਿੱਥੇ ਕਿਤੇ ਝੂਠੀ ਰੋਟੀ ਸਿੱਟ ਦੇ, ਝੂਠੀ ਸੁੱਚੀ ਨਹੀਂ, ਤੇ ਉਹ ਖਾ ਕੇ ਆਖੇ ਧੰਨ ਹੈ ਜੀ, ਅੱਜ ਤਾਂ ਥੋੜੀ ਝੂਠੀਆਂ ਰੋਟੀਆਂ ਖਾ ਕੇ ਸੁੱਚੇ ਹੋ ਗਏ, ਉਹ ਜਨਤਾ ਹੁੰਦੀ ਹੈ ਵਿਚਾਰੀ। ਤੇ ਨਾਗਰਿਕ, ਨਾਗਰਿਕ ਹੁੰਦਾ ਲੋਕ ਰਾਜ ਦੇ ਵਿੱਚ, ਜਿਹਨੂੰ ਪਤਾ ਕਿ ਮੇਰੀ ਲੋਕਤੰਤਰੀ ਸਿਸਟਮ ਨਾਲ ਸਰਕਾਰ ਚੁਣਨੀ ਹੈ, ਉਹ ਸਰਕਾਰ ਮੇਰੇ ਤੇ ਰਾਜ ਨਹੀਂ ਕਰੂਗੀ, ਮੈਨੂੰ ਪ੍ਰਬੰਧ ਦੇਊਗੀ। ਰਾਜ ਲਫ਼ਜ਼ ਵਿੱਚੋਂ ਕੱਢ ਦਿਓ, ਅੱਜ ਪ੍ਰਬੰਧ ਦੇਊਗੀ। ਜੇ ਪ੍ਰਬੰਧ ਠੀਕ ਹੋਊ ਮੇਰੇ ਹੱਕ 'ਚ ਤਾਂ ਮੈਂ ਉਹਨੂੰ ਚੁਣਾਂਗਾ, ਜੇ ਨਾ ਠੀਕ ਹੋਏ ਤਾਂ ਫਿਰ ਮੈਨੂੰ ਗੁੱਠੇ ਲਾ ਦੇਵਾਂਗਾ। ਨਾਗਰਿਕ ਦਾ ਇਹ ਫਰਕ ਹੁੰਦਾ ਹੈ। ਜਦੋਂ ਲੋਕਾਂ ਨੂੰ ਅਹਿਸਾਸ ਹੋ ਗਿਆ ਵੀ ਅਸੀਂ ਨਾਗਰਿਕ ਹਾਂ, ਅਸੀਂ ਇਹਨਾਂ ਦੀ ਪਬਲਿਕ ਨਹੀਂ ਆ, ਰਿਆਇਆ ਨਹੀਂ ਆ, ਅੰਧੀ ਰਈਅਤ ਗਿਆਨ ਵੀ ਹੋਣੀ, ਭਾ ਭਰੇ ਮਰਦਾਰ ਅਸੀਂ ਉਹ ਨਹੀਂ ਆ, ਅਸੀਂ ਜਾਗਦੇ ਹੋਏ ਨਾਗਰਿਕ ਹਾਂ। ਸਾਨੂੰ ਸਾਡੇ ਵੋਟਾਂ ਦੇ ਹੱਕ ਦਾ ਪਤਾ ਹੈ, ਸਾਡੇ ਜਿਉਣ ਦੇ ਹੱਕ ਦਾ ਪਤਾ ਹੈ, ਸਾਡੀ ਇਨਸਾਨੀਅਤ ਦੇ ਹੱਕ ਦਾ ਪਤਾ ਹੈ। ਪਰ ਕੀ ਤੁਹਾਨੂੰ ਲੱਗਦਾ ਬਹੁਤ ਸਾਰੇ ਲੋਕਾਂ ਦਾ ਇਹ ਓਪੀਨੀਅਨ ਹੈ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ, ਸਾਡੇ ਪਾਣੀ ਦੀ ਗੱਲ ਹੋਵੇ, ਹੁਣ ਆ ਖੇਤੀ ਦੀ ਗੱਲ ਆ ਗਈ, ਕੀ ਇਹ ਸਹੀ ਹੈ? ਵੇਖੋ, ਪੰਜਾਬ ਦੇ ਮੰਦੇ ਭਾਗ ਨੇ ਵਾਕਈ ਇਹਦੇ ਨਾਲ ਵਿਤਕਰਾ ਹੋਇਆ। ਤੁਸੀਂ ਵੇਖੋ, ਦੇਸ਼ ਆਜ਼ਾਦ ਹੋਇਆ, ਦੇਸ਼ ਆਜ਼ਾਦ ਹੋਇਆ, ਜੇ ਪੰਜਾਬੀ ਲੋਕ ਜਿਨ੍ਹਾਂ ਦੇ ਨਾਲ ਰਲ ਜਾਂਦੇ, ਯਾਦ ਰੱਖੋ, ਤੇ ਪਾਕਿਸਤਾਨ ਕਿੱਥੋਂ ਤੱਕ ਹੋਣਾ ਸੀ ਪਤਾ? ਰੋਹਤਕ ਤੱਕ। ਦਿੱਲੀ ਮੁਸਲਮਾਨ ਆਬਾਦੀ ਦਾ ਇਲਾਕਾ ਸੀ, ਬਹੁਤ ਗਿਣਤੀ ਦਾ, ਉਹ ਪਾਕਿਸਤਾਨ 'ਚ ਜਾਣੀ ਸੀ। ਪੰਜਾਬ ਦੇ ਲੋਕ ਖਾਸ ਤੌਰ 'ਤੇ ਜਿਹੜੇ ਸਿੱਖ ਹੈ ਨਹੀਂ ਮੰਨੇ, ਉਹਨਾਂ ਨੇ ਆਪਣੀ ਤਕਦੀਰ ਹਿੰਦੁਸਤਾਨ ਨਾਲ ਜੋੜੀ ਤੇ ਹਿੰਦੁਸਤਾਨ ਦੇ ਟੁਕੜੇ ਹੋ ਗਏ, ਟੁਕੜੇ। ਔਰ ਪੰਜਾਬ ਦੇ ਟੁਕੜੇ ਹਿੰਦੁਸਤਾਨ ਦੇ ਨਹੀਂ ਹੋਏ, ਮੈਂ ਗਲਤ ਕਹਿ ਬੈਠਾ, ਪੰਜਾਬ ਦੇ ਟੁਕੜੇ ਹੋਏ, ਹਿੰਦੁਸਤਾਨ ਦਾ ਕੋਈ ਟੁਕੜਾ ਨਹੀਂ ਹੋਇਆ। ਹਿੰਦੁਸਤਾਨ ਤਾਂ ਇਕੱਠਾ ਕੀਤਾ ਔਰ ਉਹ ਤੇ ਚੋਰਾਂ ਨੇ ਰਾਜ ਕਰਨਾ ਸ਼ੁਰੂ ਕਰਤਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਘੱਟ ਪਾਇਆ ਤੇ ਬਰਬਾਦੀ 'ਚ ਹਿੱਸਾ ਵੱਧ ਪਾਇਆ। ਉਹ ਕਿਵੇਂ? ਕਿਉਂਕਿ ਉਹਨਾਂ ਨੇ ਅੰਗਰੇਜ਼ ਸਾਮਰਾਜ ਦਾ ਸਾਥ ਦਿੱਤਾ, ਸਾਡੇ ਕ੍ਰਾਂਤੀਕਾਰੀ ਬੰਦਿਆਂ ਦਾ ਉਹਨਾਂ ਨੇ ਸਾਥ ਨਹੀਂ ਦਿੱਤਾ। ਸਾਡੇ ਕ੍ਰਾਂਤੀਕਾਰੀ ਬੰਦੇ ਭਗਤ ਸਿੰਘ ਵਰਗੇ ਤਾਂ ਫਾਂਸੀ ਤੇ ਚੜ੍ਹ ਗਏ, ਤੇ ਜਿਹੜੇ ਅੰਗਰੇਜ਼ਾਂ ਦੇ ਨਾਲ ਖੜੇ ਸੀ, ਸਾਡੇ ਅਖੌਤੀ ਕਾਂਗਰਸ ਜਮਾਤ, RSS, ਹਿੰਦੂ ਮਹਾਸਭਾ, ਮੁਸਲਿਮ ਲੀਗ, ਇਹੋ ਜਿਹੀਆਂ ਪਾਰਟੀਆਂ ਨੇ, ਕੁਝ ਫਿਰਕੂ ਪਾਰਟੀਆਂ ਨਿੱਕੀਆਂ ਨਿੱਕੀਆਂ ਹੋਰ ਵੀ ਸਣੀਆਂ ਹਿੰਦੁਸਤਾਨ ਦੀਆਂ, ਉਹ ਸਾਰੀਆਂ ਅੰਗਰੇਜ਼ ਦੇ ਨਾਲ ਖੜੀਆਂ ਸੀ। ਹੁਣ ਕੀ ਇੰਪੈਕਟ ਹੈ ਇਹ, ਜਿਵੇਂ ਹੁਣ ਆ ਕਿਸਾਨੀ ਵਾਲੇ ਕਾਨੂੰਨ ਬਣਾਏ ਗਏ, ਪਹਿਲਾਂ ਆਰਡੀਨੈਂਸ ਇੰਨੀ ਕਾਹਲ ਚ ਲਿਆਂਦੇ ਗਏ, ਫਿਰ ਉਸ ਤੋਂ ਬਾਅਦ ਲੋਕ ਸਭਾ, ਰਾਜ ਸਭਾ ਚ VOTING ਤੱਕ ਨਹੀਂ ਹੋਈ। ਤੁਸੀਂ ਦੇਖੋ, ਰਾਸ਼ਟਰਪਤੀ ਐਤਵਾਰ ਨੂੰ ਇੰਨੇ ਕਾਹਲੇ ਹੁੰਦੇ ਆ ਵੀ ਰਾਸ਼ਟਰਪਤੀ ਨੂੰ ਕਾਨੂੰਨ ਬਣਾ ਦਿੰਦੇ ਆ, ਤਾਂ ਤੁਹਾਨੂੰ ਲੱਗਦਾ ਇੰਨੀ ਕਾਹਲ ਕਿਉਂ ਸੀਗੀ? ਕੀ ਆਮ ਬੰਦਿਆਂ ਤੋਂ, ਆਮ ਕਿਸਾਨ ਤੋਂ ਦੀ ਰਾਏ ਨਹੀਂ ਲਈ ਜਾ ਸਕਦੀ? ਨਹੀਂ, ਵੈਸਾ ਨਾ ਗੱਲ ਹੈ ਵੀ ਰਾਏ ਤਾਂ ਲੈਣੀ ਹੋ ਜੇ ਨੀਤ ਸਿੱਧੀ ਹੁੰਦੀ। ਨੀਅਤ ਦੇ ਵਿੱਚ ਫਰਕ ਹੈ ਨਾ। ਇਹੋ ਜਿਹਾ ਕੀ ਕੋਡ ਚੱਲਿਆ ਸੀ ਵੀ ਜੇ 10 ਦਿਨ ਬੀਤ ਜਾਣਗੇ ਤੇ ਕਿਤੇ ਕੋਈ ਭਾਣਾ ਨਾ ਵਰਤ ਜੇ। ਕੋਵਿਡ ਚਲਾਤਾ, ਲੋਕੀ ਕੁੱਟਤੇ, ਡਰਾ ਕੇ ਘਰਾਂ 'ਚ ਵੜਤੇ, ਪੁਲਿਸ ਦੇ ਹੱਥ 'ਚ ਡਾਂਗਾਂ ਫੜਾਤੀਆਂ ਵੀ ਜੇ ਕੋਈ ਬਾਹਰ ਆਇਆ ਤੇ ਛਤਰ ਫੇਰੋ। ਲੋਕੀ ਅੰਦਰ ਵੜ ਗਏ, ਨਾ ਉਹ ਬਹਿ ਕੇ ਕੋਈ ਵਿਚਾਰ ਕਰ ਸਕਦੇ ਆ, ਨਾ ਕੋਈ ਭਾਈਚਾਰੇ ਦੀ ਗੱਲ ਕਰ ਸਕਦੇ ਆ, ਨਾ ਸਰਕਾਰ ਦੇ ਕੰਮਾਂ ਬਾਰੇ ਕੋਈ ਵਿਚਾਰ ਵਟਾਂਦਰਾ ਕਰ ਸਕਦੇ ਆ। ਅੰਦਰ ਵੜਤੇ ਨਹੀਂ ਭਾਈ, ਅੰਦਰ ਵੜ ਜਾਓ ਜੇ ਜਿਉਣਾ ਤਾਂ। ਜਾਨ ਹੈ ਤੋ ਜਹਾਨ ਹੈ, ਜਾਨ ਤੇ ਜਹਾਨ ਬਣਾਤਾ। ਜਦੋਂ ਕਿ ਬੰਦੇ ਦੀ ਜਾਨ ਖਤਰੇ 'ਚ ਪਾਤੀ, ਜਹਾਨ ਲੁਟਾਤਾ। ਭਾਰਤ ਦੇ ਲੋਕਾਂ ਦਾ ਜਾਨ ਖਤਰੇ 'ਚ ਪਾਤੀ ਤੇ ਜਹਾਨ ਲੁਟਾਤਾ। ਲੋਕੀ ਅੰਦਰ ਵੜ ਗਏ,
ਇੱਕ ਬਹੁਤ ਵੱਡਾ ਵਿਦਵਾਨ ਹੈ ਯੂਰਪ ਦਾ, ਹੂੰ ਉਹਨੇ ਇੱਕ ਸਿਧਾਂਤ ਦਿੱਤਾ ਹੈ, ਸ਼ੌਕ ਸਿਧਾਂਤ, ਸਦਮੇ ਦਾ ਸਿਧਾਂਤ। ਹੂੰ ਉਹਦਾ ਪਹਿਲਾਂ ਲੋਕਾਂ ਦੇ ਵਿੱਚ ਇੱਕ ਸਦਮਾ ਪੈਦਾ ਕਰੋ ਤੇ ਲੋਕੀ ਸਦਮੇ ਦੇ ਮਾਰੇ ਅੰਦਰ ਵੜ ਜਾਣ, ਤੇ ਉਸ ਤੋਂ ਬਾਅਦ ਉਹਨਾਂ ਦੇ ਬਰਖਲਾਫ ਜੋ ਵੀ ਕਾਰਵਾਈ ਕਰਨੀ ਹੈ, ਕਾਨੂੰਨੀ ਤੌਰ ਤੇ ਲਿਆਉਣੀ ਹੈ, ਤੇ ਉਹ ਕਾਨੂੰਨੀ ਕਾਰਵਾਈ 1 ਮਿੰਟ ਲਾਓ। ਇਹਨਾਂ ਨੇ ਪਹਿਲਾਂ ਸਦਮਾ ਸਿਧਾਂਤ ਦਿੱਤਾ ਕੋਵਿਡ ਦਾ, ਲੋਕੀ ਅੰਦਰ ਵਾੜੇ, ਔਰ ਜੋ ਇਹਨਾਂ ਦੀ ਨੀਤ ਸੀ ਉਹ ਇਹਨਾਂ ਨੇ ਲਾਗੂ ਕੀਤੀ। ਨੀਤ 'ਚ ਇਹ ਸੀ ਵੀ ਕਿਰਸਾਨੀ ਦੇ ਉੱਤੇ ਹੁਣ ਕਿਵੇਂ ਕਬਜ਼ਾ ਕਰਨਾ ਹੈ। ਕੋਵਿਡ ਤੋਂ ਇੱਕ ਗੱਲ ਸਿੱਧ ਹੋ ਗਈ ਸਾਰੀ ਦੁਨੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ, ਕੱਲਾ ਭਾਰਤ ਨਹੀਂ, ਜਿੱਥੇ ਕਿੱਥੇ ਵੀ ਗਿਓ ਦੁਨੀਆ ਦੇ ਵਿੱਚ, ਯੂਰਪ, ਅਮਰੀਕਾ, ਉੱਥੇ ਇੰਡਸਟਰੀ ਦੇ ਵਿੱਚ ਖੜੋਤ ਆਈ, ਹੂੰ GDP ਉਹਨਾਂ ਦੀ ਘਟੀ। ਹੂੰ ਹਿੰਦੁਸਤਾਨ ਦੀ GDP ਲਾ ਲਓ ਵੀ 23.9 ਘਟ ਗਈ। ਹੂੰ ਠੀਕ ਹੈ, 24 ਮਾਰਚ ਤੋਂ ਲੈ ਕੇ, 24 ਮਾਰਚ ਦੀ ਰਾਤ ਤੋਂ ਲੈ ਕੇ ਅੱਜ ਤੱਕ, ਪਿਛਲੇ ਮਹੀਨੇ ਤੱਕ 23.9 ਘਟ ਗਈ। ਖੇਤੀਬਾੜੀ ਫੇਰ ਵੀ 3.4 ਵਧੀ ਹੈ। ਵਧੀਆ। ਠੀਕ ਹੈ, ਜਿਸ ਤੇ ਕਰੋੜਾਂ ਨਹੀਂ ਅਰਬਾਂ ਰੁਪਈਆ ਸਰਕਾਰਾਂ ਦਾ ਲੈ ਕੇ ਜਿਹੜੀ ਇੰਡਸਟਰੀ ਚ ਲਾਇਆ ਜਾਂਦਾ ਹੈ, ਉਹ ਤਾਂ ਇੱਕ ਧੰਗੇੜ ਨਹੀਂ ਚੱਲੀ, ਹੂੰ ਇੱਕ ਵੀ। ਹੂੰ ਤੇ ਜਿਹੜੀ ਖੇਤੀਬਾੜੀ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਨੇ ਅੰਨ ਪੈਦਾ ਕੀਤਾ ਤੇ GDP ਦੇ ਵਿੱਚ ਵਾਧਾ ਉਹਨਾਂ ਨੇ ਦਿਖਾਇਆ। ਔਰ ਤੁਹਾਨੂੰ ਪਤਾ ਵੀ ਕੋਵਿਡ ਦੇ ਦਰਮਿਆਨ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਕਣਕ ਤੇ ਜੀਰੀ ਹਿੰਦੁਸਤਾਨ ਦੇ ਦੂਜੇ ਹਿੱਸਿਆਂ 'ਚ ਗਈ ਹੈ। 1 ਲੱਖ ਨਹੀਂ, 2 ਲੱਖ ਨਹੀਂ, 4 ਲੱਖ ਨਹੀਂ, 5 ਲੱਖ ਨਹੀਂ, 46 ਲੱਖ ਟਨ ਪੰਜਾਬ ਤੇ ਹਰਿਆਣੇ ਨੇ ਕੋਵਿਡ ਚ ਦਿੱਤਾ ਹੈ ਕਣਕ ਤੇ ਝੋਨਾ, ਝੋਨਾ। ਪੰਜਾਬ ਬਾਕੀ ਇੰਡੀਆ ਨੂੰ, ਪੂਰੇ ਇੰਡੀਆ ਨੂੰ। ਇਹਦਾ FCI ਦੇ ਅੰਕੜੇ ਨੇ, ਗੱਡੀਆਂ ਭਰ ਜਾਂਦੀਆਂ ਸੀ, ਸੈਂਕੜੇ ਗੱਡੀਆਂ ਗਈਆਂ। ਕਿਸਾਨੀ ਦਾ ਇਹ ਰੋਲ ਹੈ ਪੋਜ਼ਿਟਿਵ। ਤਾਂ ਤੁਸੀਂ ਇਹ ਕਹਿੰਦੇ ਹੋ ਕਿ ਜਦੋਂ ਮਹਾਮਾਰੀ ਪੂਰੀ ਦੁਨੀਆ 'ਚ ਫੈਲੀ, ਜਿਹਨੂੰ ਮਹਾਮਾਰੀ ਦੱਸਿਆ ਜਾਂਦਾ ਹੈ, ਜਿਹਨੂੰ ਮਹਾਮਾਰੀ ਕਿਹਾ ਗਿਆ, ਉਸ ਦੌਰ 'ਚ ਵੀ ਪੰਜਾਬ ਹਰਿਆਣੇ ਨੇ ਆਪਦਾ ਅੰਨ ਪੂਰੇ ਦੇਸ਼ ਨੂੰ ਦਿੱਤਾ। ਤਾਂ 2-3 ਮਹੀਨੇ ਜਿਹੜੇ ਅੰਦਰ ਰਹੇ ਉਹ ਪਲੇ ਲੋਕ ਪਲੇ ਨਹੀਂ। ਹੋਰ ਦੱਸੋ ਇਹਨਾਂ ਕੋਲੇ ਖਾਣ ਨੂੰ ਕੀ ਚੀਜ਼ ਹੈ? ਦੱਸੋ ਕੇਰਲਾ 'ਚੋਂ ਇੱਧਰ ਕੀ ਆਜੂ ਖਾਣ ਨੂੰ? ਚਲੋ ਗੁਜਰਾਤ 'ਚੋਂ ਆਜੂ ਕੀ ਆਜੂ ਖਾਣ ਨੂੰ? ਉੜੀਸਾ 'ਚੋਂ ਕੀ ਆਜੂ ਖਾਣ ਨੂੰ? ਮੱਧ ਪ੍ਰਦੇਸ਼ 'ਚੋਂ ਕੀ ਆਜੂ ਖਾਣ ਨੂੰ? ਤੇਲੰਗਾਨਾ 'ਚੋਂ ਕੀ ਆਜੂ ਖਾਣ ਨੂੰ? ਪਤਾ ਤਾਂ ਲੱਗੇ। ਕਰਨਾਟਕ 'ਚੋਂ ਲਿਆਓ ਕੀ ਆਊਗਾ ਖਾਣ ਨੂੰ? ਸਿਰਫ ਪੰਜਾਬ ਤੇ ਹਰਿਆਣੇ ਨੇ ਦਿੱਤਾ। ਇਹਨਾਂ ਦੇ ਯੋਗਦਾਨ ਨੂੰ ਵੱਡਾ ਕਰਨ ਦੀ ਥਾਂ ਉਹਨਾਂ ਨੇ ਕਿਹਾ ਵੀ ਐਸ ਜਿਹੜਾ ਖੁੱਡੇ ਦੇ ਵਿੱਚ ਸਾਹਾ ਹੈਗਾ, ਖੇਤੀ ਨੂੰ ਢਾਲੋ। ਕਾਰਪੋਰੇਟ ਸੈਕਟਰ ਹੈ ਜਿਹੜਾ, ਕਾਰਪੋਰੇਟ ਸੈਕਟਰ, ਉਹ ਅੱਜ ਕੱਲ੍ਹ ਦੀਆਂ ਸਰਕਾਰਾਂ ਨੂੰ ਚਲਾਉਂਦਾ, ਭਾਵੇਂ ਉਹ ਅਮਰੀਕਾ ਦੀ ਹੈ, ਭਾਵੇਂ ਇੰਗਲੈਂਡ ਦੀ ਹੈ, ਤੇ ਭਾਵੇਂ ਆਪਣੇ ਮੁਲਕ ਦੀ ਹੈ। ਇਹ ਉਹਨਾਂ ਦੇ ਪੈਸਿਆਂ ਤੇ ਪਲਦੇ ਆ ਤੇ ਉਹਨਾਂ ਦੀਆਂ ਨੀਤੀਆਂ ਨੂੰ ਇਹ ਲਾਗੂ ਕਰਦੇ ਆ। ਸਰਕਾਰ ਕਾਰਪੋਰੇਟਸ ਨੂੰ ਚਲਾ ਰਹੀ ਹੈ ਜਾਂ ਕਾਰਪੋਰੇਟ ਸਰਕਾਰ ਨੂੰ ਚਲਾਉਂਦੀ ਹੈ? ਕਾਰਪੋਰੇਟ ਸੈਕਟਰ ਸਰਕਾਰ ਨੂੰ ਚਲਾ ਰਿਹਾ। ਉਹਨਾਂ ਦੇ ਜਰ ਖਰੀਦ ਗੋਲੇ ਨੇ, ਜਿਹਦੇ ਖਾਣ ਛੋਲੇ ਤੇ ਉਹਦੇ ਹੋਈਏ ਗੋਲੇ, ਜਿਹਦੀ ਖਾਈਏ ਬਾਜਰੀ ਤੇ ਉਹਦੀ ਭਰੀਏ ਹਾਜ਼ਰੀ। ਇਹ ਉਹਨਾਂ ਦੀ ਹਾਜ਼ਰੀ ਭਰਨਗੇ। ਇਹਨਾਂ ਦੀਆਂ ਵੋਟਾਂ ਵੇਲੇ ਹਿੰਦੁਸਤਾਨ ਦੇ ਵਿੱਚ ਪਿਛਲੀਆਂ ਵੋਟਾਂ ਵੇਲੇ 66,000 ਕਰੋੜ ਰੁਪਇਆ ਖਰਚਾ ਆਇਆ, ਕਾਰਪੋਰੇਟ ਸੈਕਟਰ ਨੇ ਦਿੱਤਾ। ਇਹਨਾਂ ਦੇ ਪਿਓ ਦਾ ਪੈਸਾ ਸੀ। ਠੀਕ ਹੈ, ਅਮਰੀਕਾ ਦੇ ਵਿੱਚ 33,000 ਕਰੋੜ ਖਰਚਾ ਆਇਆ ਪ੍ਰੈਜ਼ੀਡੈਂਟ ਦੇ ਕਹਿੰਦੇ ਇਲੈਕਸ਼ਨ ਵੇਲੇ। ਆਪਣੇ 66 ਆਇਆ। ਉਹ ਕਿਹਨੇ ਦਿੱਤਾ? ਕਾਰਪੋਰੇਟ ਸੈਕਟਰ ਨੇ ਦਿੱਤਾ। ਤੇ ਫਿਰ ਉਹਨੇ ਇਹਨਾਂ ਤੋਂ ਕਮਾਉਣਾ ਹੀ ਹੈ। ਵਾਪਸੀ ਕਰ ਰਹੇ ਹਨ ਇਹ। ਵਾਪਸੀ ਵਾਸਤੇ ਉਹਨਾਂ ਦੇ ਹੱਕ 'ਚ ਪਾਲਿਸੀਆਂ ਨੇ। ਉਹਦੇ ਨਾਲ ਜੇ ਉਹਨਾਂ ਨੇ ਕਰੋੜ ਲਾਇਆ ਤੇ ਅਰਬ ਕਮਾਉਣਗੇ, ਜੇ ਅਰਬ ਲਾਇਆ ਤੇ ਖਰਬ ਕਮਾਉਣਗੇ, ਖਰਬ ਲਾਇਆ ਤੇ ਨੀਲ ਕਮਾਉਣਗੇ, ਨੀਲ ਲਾਇਆ ਤੇ ਪਦਮ ਕਮਾਉਣਗੇ, ਪਦਮ ਲਾਇਆ ਤੇ ਸੰਖ ਕਮਾਉਣਗੇ, ਸੰਖ ਲਾਇਆ ਤੇ ਅਸੰਖ ਕਮਾਉਣਗੇ। ਐਦੋਂ ਅੱਗੇ ਗਿਣਤੀ ਹੈ ਨਹੀਂ। ਪਰ ਮੈਨੂੰ ਇਹ ਦੱਸੋ ਕਿ ਕਾਰਪੋਰੇਟ, ਤੁਸੀਂ ਕਹਿ ਰਹੇ ਹੋ ਕਿ ਕਾਰਪੋਰੇਟ ਜਿਹੜਾ ਉਹ ਇੱਧਰ ਨੂੰ ਆਉਣਾ ਚਾਹ ਰਿਹਾ ਹੁਣ ਐਗਰੀਕਲਚਰ ਵੱਲ ਨੂੰ। ਅਸੀਂ ਕਹਿੰਦੇ ਆ ਕਿ ਖੇਤੀ ਤਾਂ ਲਾਹੇਵੰਦ ਹੈ ਹੀ ਨਹੀਂ ਗੀ, ਫਿਰ ਉਹ ਇੱਧਰ ਕਿਉਂ ਆਉਣਾ ਚਾਹੁੰਦਾ ਹੈ? ਬਿਲਕੁਲ ਤੁਹਾਡਾ ਸਵਾਲ ਹੈ। ਖੇਤੀ ਲਾਹੇਵੰਦ ਹੈ। ਖੇਤੀ ਸਿਰਫ ਕਿਸਾਨ ਨੂੰ ਲਾਹੇਵੰਦ ਨਹੀਂ, ਜਿਹੜਾ ਕੰਮ ਕਰਦਾ, ਜਿਹੜਾ ਇਹਦੇ 'ਚ ਦਿਹਾੜ ਕਰਦਾ, ਉਹਨੂੰ ਲਾਹੇਵੰਦ ਨਹੀਂ। ਠੀਕ ਹੈ, ਜਿਹੜਾ ਖੇਤੀ ਦੇ ਵਿੱਚ ਵਪਾਰ ਕਰਦਾ ਹੈ ਉਹਨੂੰ ਲਾਹੇਵੰਦ ਹੈ। ਜੇ ਲਾਹੇਵੰਦ ਹੈ, ਵਪਾਰ ਕੀਤਾ ਤੇ ਇਹਨਾਂ ਨੇ ਤਾਂ ਹੀ ਤਾਂ 3.4 GDP ਵਧਿਆ, ਹੋਰ ਨਾ ਕਾਹੇ 'ਚ ਵੱਧ ਗਿਆ। ਉਹਨੇ ਕਿਹਾ ਵੀ ਇਹ ਸੈਕਟਰ ਨੂੰ ਕਬਜ਼ੇ 'ਚ ਕਰੋ ਤਾਂ ਕਿ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਹੋਵੇ, ਉਹਦੀ ਜਿਹੜੇ ਪ੍ਰੋਡਕਟ ਹੈ, ਉਹਦੀ ਪੈਦਾਵਾਰ ਹੈ, ਉਹਦੀ ਉਪਜਾਊ ਤੇ ਆਪਣਾ ਕਬਜ਼ਾ ਹੋਵੇ। ਆਪਾਂ ਆਪਣੇ ਰੇਟਾਂ ਤੇ ਉਹ ਤੋਂ ਖਰੀਦ ਕੇ ਆਪਣੇ ਰੇਟਾਂ ਤੇ ਤੇ ਫਿਰ ਆਪਣੇ ਰੇਟਾਂ ਤੇ ਉਹ ਤੇ
ਉੱਚੇ ਭਾਅ 'ਚ ਵੇਚਾਂਗੇ ਲੋਕਾਂ ਨੂੰ। ਪਰ ਤੁਹਾਨੂੰ ਲੱਗਦਾ ਵੀ ਅਦਾਨੀ ਅੰਬਾਨੀ ਇਹ ਸਭ ਪੰਜਾਬ ਚ ਆਉਣਗੇ ਜਾਂ ਹਰਿਆਣੇ ਚ ਆਉਣਗੇ? ਉਹ ਤਾਂ ਜਿੱਥੇ ਕਿਥੇ ਵੀ ਬੈਠੇ ਆ। ਹਾਂ। ਹੁਣ ਤੁਹਾਡਾ ਕੋਈ ਜਿਹੜਾ ਟਰੰਪ ਹੈ ਉਹ ਆਪਣਾ ਫਾਇਦਾ ਲੈਣ ਲਈ ਕੋਈ ਦਿੱਲੀ ਦਾ ਦਫ਼ਤਰ ਨਹੀਂ ਖੋਲਦਾ, ਬਿਲਕੁਲ ਬੈਠਾ ਤਾਂ ਵਾਸ਼ਿੰਗਟਨ 'ਚ ਹੈ। ਇਸ ਤਰ੍ਹਾਂ ਦੇ ਦਫ਼ਤਰ ਜਿੱਥੇ ਕਾਰਪੋਰੇਟ ਸੈਕਟਰ ਦੇ ਵੱਡੇ ਮੈਟਰੋਪੋਲੀਟਨ ਸ਼ਹਿਰਾਂ ਵਿੱਚ ਹੁੰਦੇ ਆ ਉੱਥੇ ਦਫ਼ਤਰ ਰਹਿਣਗੇ। ਇੱਥੋਂ ਤੱਕ ਉਹ ਤਾਂ ਹਿੰਦੁਸਤਾਨ 'ਚ ਵੀ ਨਾ ਰਹਿਣ, ਬਾਹਰ ਬੈਠੇ ਵੀ ਥੋੜ੍ਹੇ ਦੇਰ ਰਾਜ ਕਰਨਗੇ। ਇੱਥੇ ਉਹਨਾਂ ਦਾ ਇਨਫਰਾਸਟ੍ਰਕਚਰ ਹੋਊਗਾ, ਇਨਫਰਾਸਟ੍ਰਕਚਰ ਉਹ ਕਰਕੇ ਥੋੜੀਆਂ ਫਸਲਾਂ ਮੁੱਲ ਲੈਣਗੇ। ਦੇਖੋ ਮਾਰਕੀਟ ਕਮੇਟੀ 'ਚ ਜਿਹੜੀ ਮਾਰਕੀਟ ਕਮੇਟੀ ਆ ਉਹਦੇ ਵਿੱਚ ਤਾਂ ਤੁਹਾਡਾ 8% ਟੈਕਸ ਹੈ, ਠੀਕ ਹੈ। ਜਿਹੜੇ ਉਸ ਤੋਂ ਬਾਹਰ ਮੁੱਲ ਵਿੱਚ ਵੇਚੂਆ ਫਸਲ ਉਹ ਤੇ 1.5% ਹੈ। ਇਹਨਾਂ ਨੇ ਬਾਹਰੋਂ ਲੈਣਾ, 1.5 ਦੇਣਾ, ਕਿਸਾਨ ਨੂੰ ਕਹਿਣਗੇ ਤੂੰ ਸਾਡਾ ਵੇਚ। ਆ ਲੈ ਸਾਡੇ ਕੋਲੇ ਆ, ਉਹ ਕਿਸਾਨ ਨੂੰ ਦੇਊਗਾ ਵਿਚਾਰਾ। ਪਰ ਜਦੋਂ ਇੱਕ ਵਾਰੀ ਕਬਜ਼ੇ 'ਚ ਆ ਗਿਆ MSP ਹੈ ਜਿਹੜੀ, ਉਹ ਨਹੀਂ ਦੇਣੀ ਉਹਨਾਂ ਨੇ, ਫਿਰ ਨਹੀਂ ਦੇਣਗੇ ਨਾ। ਵੇਖੋ ਬਿਹਾਰ 'ਚ ਦੇ ਰਹੇ ਆ, ਵਾਰ-ਵਾਰ ਪ੍ਰਧਾਨ ਮੰਤਰੀ ਕਹਿ ਰਹੇ MSP ਨਹੀਂ ਹਟੂਗੀ, ਨਹੀਂ ਹਟੂਗੀ। ਲੋਕ ਸਮਝਣ, ਲੋਕ ਗੁੰਮਰਾਹ ਨਾ ਹੋਣ, MSP ਰਹੂਗੀ। ਹਾਂ ਦੇਖੋ MSP ਨਹੀਂ ਹਟੂਗੀ, ਕਾਨੂੰਨ ਬਣਾ ਦੇ। ਇਹਦਾ ਇੱਕ ਪ੍ਰਬੰਧਕੀ ਤੌਰ ਤੇ ਹੈ ਵੀ MSP ਹੁਣੇ ਜਾਰੀ ਕਰਤੀ, ਆ ਹੁਣੇ ਪਹਿਲਾਂ ਹੀ ਜਾਰੀ ਕਰਤੀ ਨਾ, 20 ਦਿਨ ਪਹਿਲਾਂ ਜਾਰੀ ਕਰਤੀ। ਕਿਉਂ ਰੌਲਾ ਪੈ ਰਿਹਾ? ਇਹਦਾ ਕਾਨੂੰਨ ਬਣਾ ਦੇਣਾ MSP ਦਾ। ਕਾਨੂੰਨ ਤਾਂ ਬਣਾਉਣਾ ਨਹੀਂ, ਇਹ ਇੱਕ ਪ੍ਰਬੰਧਕੀ ਐਲਾਨ ਹੁੰਦਾ ਵੀ ਐਤਕੀ 5% ਦੇ ਦਿਓ, ਐਤਕੀ 2% ਦੇ ਦਿਓ। ਕਣਕ ਹੈ, ਝੋਨਾ ਹੈ, ਇਹਨਾਂ ਤੇ ਕਦੇ 5% ਤੋਂ ਵੱਧ MSP ਨਹੀਂ ਦਿੱਤੀ ਜਾਂਦੀ। 5, 3.5, ਪੌਣੇ 4, 2 ਹੀ ਹੈ ਜਿਹੜੀਆਂ ਲਾਗੂ ਨੇ। 23 ਫਸਲਾਂ ਹੋਰ ਨੇ। MSP ਐਲਾਨ ਕੀਤੀ ਹੈ, ਲਾਗੂ ਕਦੇ ਨਹੀਂ ਕੀਤੀ। ਅੱਛਾ। ਸਾਰੇ ਹਿੰਦੁਸਤਾਨ ਵਿੱਚ ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਇੱਕ ਪੱਛਮੀ ਭਾਗ ਆ ਜਿਹੜਾ UP ਦਾ, ਉੱਥੇ ਵੀ MSP ਹੈਗੀ ਪੱਛਮੀ ਹਿੱਸੇ 'ਚ, ਜਿਹੜਾ ਹਰਿਆਣੇ ਦੇ ਨਾਲ ਲੱਗਦਾ। ਇਹਨਾਂ ਥਾਵਾਂ ਨੂੰ ਛੱਡ ਕੇ ਕੀ ਵਪਾਰੀ ਕਿਸਾਨ ਦੀ ਫਸਲ MSP ਦੇ ਰੇਟ ਤੇ ਕਦੇ ਚੱਕੀ ਆ? ਨਹੀਂ ਚੱਕਦਾ। ਬਿਹਾਰ ਦੇ ਵਿੱਚ MSP ਹੈ ਨਹੀਂ, ਹਟਾਤੀ, 2006 ਦੀ ਹਟਾਈ ਹੈ। ਅੱਛਾ। ਉੱਥੇ ਤੁਹਾਡੀ ਜਿਹੜੀ ਕਣਕ 1800 ਰੁਪਏ ਨੂੰ ਵਿਕਦੀ ਹੈ, ਉੱਥੇ 1100 ਨੂੰ ਵਿਕਦੀ ਹੈ। ਅੱਛਾ। ਤੇ ਫਿਰ ਉਹ 1100 ਨੂੰ ਲੈ ਕੇ ਟਰੱਕਾਂ 'ਚ ਭਰ ਕੇ ਪੰਜਾਬ ਦੀਆਂ ਮੰਡੀਆਂ 'ਚ ਲੈ ਆਉਂਦੇ ਆ ਤੇ ਪ੍ਰੋਫਿਟ ਕਮਾਉਂਦੇ ਆ। ਉਹ ਫਿਰ ਪ੍ਰੋਫਿਟ ਕਮਾਉਂਦੇ ਆ, ਕਾਰਪੋਰੇਟ ਹੀ ਕਮਾਉਂਦਾ। ਹੁਣ ਤੁਸੀਂ ਤੇ ਮੈਂ ਤਾਂ ਜਾਣੋ ਰਹੇ ਉੱਥੇ ਤੇ ਟਰੱਕਾਂ ਹੀ ਕਿਸਾਨ, ਇੱਕ ਕਿਸਾਨ ਜਿਹਦੇ 3 ਕਿੱਲੇ 2.5 ਕਿੱਲੇ ਜ਼ਮੀਨ ਹੈ, ਉਹ ਆਪਦੀ ਟਰਾਲੀ ਦੇ ਵਿੱਚ ਜਾਂ ਗੱਡੇ 'ਚ ਪਾ ਕੇ ਕੇਰਲਾ ਕਣਕ ਵੇਚਣ ਵਗ ਜੂ। ਉਹ ਤਾਂ ਇੱਕ ਮੰਡੀ ਜਿਹੜੀ 5 ਕਿਲੋਮੀਟਰ ਹੈ, ਉਸ ਤੋਂ 10ਵੇਂ ਕਿਲੋਮੀਟਰ ਤੇ ਮੰਡੀ, ਉੱਥੇ ਨਹੀਂ ਜਾ ਸਕਦਾ। ਜੇ ਮੰਡੀ ਜਾਂਦਾ ਤੇ ਫਸਲ ਗੁੰਮ ਹੋ ਜਾਂਦੀ ਹੈ, ਜੇ ਮੰਡੀ 'ਚ ਨਹੀਂ ਜਾਂਦਾ ਤੇ ਲੁੱਟਿਆ ਜਾਂਦਾ। ਉਹਦੇ ਕੋਲ ਤਾਂ ਸਮਝ ਨਹੀਂ ਵਿਚਾਰੇ ਕੋਲੇ। ਪਰ ਤੁਹਾਨੂੰ ਇਹਨਾਂ ਦੀ ਨੀਤ ਤੇ ਸ਼ੱਕ ਲੱਗਦਾ? ਤੁਸੀਂ ਪਹਿਲਾਂ ਇੰਟਰਵਿਊ ਤੋਂ ਕਹਿ ਰਹੇ ਸੀਗੇ ਕਿ ਪੋਲੀਟੀਸ਼ੀਅਨ ਨੇ, ਸਟੇਟਸਮੈਨ ਨਹੀਂ ਹੈਗੇ। ਹਾਂ, ਇਹਨਾਂ ਦੀ ਨੀਤ ਖੋਟੀ ਹੈ। ਆਰਥਿਕ ਤੌਰ ਤੇ ਜਦੋਂ ਸਰਮਾਏਦਾਰੀ ਨਿਜ਼ਾਮ ਕਰੋਨੀ ਕੈਪੀਟਲਿਜ਼ਮ ਬਣ ਜਾਂਦਾ ਹੈ, ਕਰੋਨੀ ਕੈਪੀਟਲਿਜ਼ਮ, ਔਰ ਉਹਦੇ ਵਿੱਚ ਕੰਪਨੀਆਂ ਕਾਰਪੋਰੇਟ ਸੈਕਟਰ ਦਾ ਰੂਪ ਧਾਰਨ ਕਰ ਲੈਂਦੀਆਂ। ਤੁਹਾਡੇ ਕੋਲੇ ਇੱਕ ਕੰਪਨੀ ਆਈ ਸੀ, ਈਸਟ ਇੰਡੀਆ ਕੰਪਨੀ। ਬਿਲਕੁਲ। ਇੱਕ ਈਸਟ ਇੰਡੀਆ ਕੰਪਨੀ ਦੇ 5000 ਮੁਲਾਜ਼ਮਾਂ ਨੇ ਸਾਰਾ ਹਿੰਦੁਸਤਾਨ ਜਿੱਤ ਲਿਆ। ਬਿਲਕੁਲ। ਤੇ ਹਿੰਦੁਸਤਾਨ ਦੇ ਉੱਤੇ ਇੰਗਲੈਂਡ ਨੇ ਸਿੱਧਾ ਹਮਲਾ ਨਹੀਂ ਕੀਤਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੰਗਲੈਂਡ ਨੇ ਹਿੰਦੁਸਤਾਨ ਦੀ ਧਰਤੀ ਤੇ ਸਿੱਧਾ ਹਮਲਾ ਨਹੀਂ ਕੀਤਾ। ਕੰਪਨੀ ਆਈ, 5000 ਮੁਲਾਜ਼ਮ, ਔਰ ਉਹਨੂੰ ਘਾਟਾ ਪਿਆ ਆਪਦੇ ਕਾਰੋਬਾਰ 'ਚ। ਇੱਥੇ ਆ ਕੇ ਉਹਨੇ ਹਿੰਦੁਸਤਾਨ ਜਿੱਤ ਲਿਆ। ਅੰਦਾਜ਼ਾ ਲਾਓ। ਔਰ ਇੰਗਲੈਂਡ ਨੇ ਤਾਂ ਇੱਕ ਆਰਡੀਨੈਂਸ ਜਾਰੀ ਕਰਤਾ, ਐਲਾਨ ਕਰਤਾ ਵੀ ਅੱਜ ਤੋਂ ਬਾਅਦ ਜਿਹੜਾ ਹਿੰਦੁਸਤਾਨ ਉਹ ਸਾਡੇ ਅਧੀਨ ਹੈ, ਕੰਪਨੀ ਦਾ ਹੁਣ ਰਾਜ ਨਹੀਂ ਰਹੂਗਾ। ਜੇ ਅੱਜ ਵੀ ਇੰਗਲੈਂਡ ਨਾਲ ਆਪਣਾ ਰੌਲਾ ਪੈ ਜਾਏ ਨਾ, ਪਾਕਿਸਤਾਨ ਤੇ ਆਪਾਂ 164 ਆਪਣੀ 164 ਕਰੋੜ ਆਬਾਦੀ ਹੈ, ਆਪਾਂ ਪਾਕਿਸਤਾਨ ਤੇ ਬੰਗਲਾਦੇਸ਼। ਅੱਜ ਆਪਣਾ ਇੰਗਲੈਂਡ ਨਾਲ ਰੌਲਾ ਪੈ ਜਾਏ ਨਾ, ਉਹ ਆਪਣੀ ਬੂਸ ਲਵਾ ਦੂ। ਅੱਛਾ। ਅੱਜ ਵੀ, ਨਾਲੇ ਉਹਦੀ ਆਬਾਦੀ 5 ਕਰੋੜ 6 ਲੱਖ 90 ਹਜ਼ਾਰ ਹੈ। ਉਹ ਕਿਵੇਂ? ਵਾਹ ਜੀ ਵਾਹ। ਉਹਦੇ 'ਚ ਆਪਦੇ ਦੇਸ਼ ਲਈ ਕੁਛ ਕਰਨ ਦਾ ਜਜ਼ਬਾ ਹੈ। ਉਹ ਕੋਈ ਇਹੋ ਜਿਹੀ ਪਾਲਿਸੀ ਥੋੜ੍ਹਾ ਬਣਾਉਂਦਾ ਕਿ ਮੈਨੂੰ ਜਰਮਨ ਲੁੱਟ ਲੇ। ਉਹ ਕੋਈ ਇਹੋ ਜਿਹੀ ਪਾਲਿਸੀ ਥੋੜ੍ਹਾ ਬਣਾਉਂਦਾ ਕਿ ਮੈਨੂੰ ਫਰੈਂਚ ਲੁੱਟਣ। ਉਹ ਕੀ ਇਹੋ ਜਿਹੀ ਪਾਲਿਸੀ ਬਣਾਊ ਕਿ ਮੈਨੂੰ ਸਪੇਨ ਵਾਲੇ ਲੁੱਟਣ। ਤੇ ਅਸੀਂ ਕੀ ਕਰਦੇ ਹਾਂ? ਅਸੀਂ ਕਹਿੰਦੇ ਵੀ ਸਾਨੂੰ ਲੁੱਟੋ, ਆ ਜਵਾਈਆ ਮੰਡੇ ਖਾ। ਸਾਡਾ ਧੰਦਾ ਹੈ। ਸਾਨੂੰ ਜਦੋਂ ਕਿਸੇ ਨੇ ਸਾਡੇ ਤੇ ਹਮਲਾ ਕੀਤਾ, ਨਾਲੇ ਤਾਂ ਅਸੀਂ ਧਨ ਦਿੰਦੇ ਹਾਂ,
ਨਾਲੇ ਧੀਆਂ ਦਿੰਦੇ ਆ, ਫਿਰ ਵੀ ਖਾਨਦਾਨੀ ਘੋਨੇ ਆ, ਕਮਾਲ ਨਹੀਂ। 1200 ਵਰੇ ਦਾ ਇਤਿਹਾਸ ਹੈ। ਡੇ ਬਾਈ ਡੇ ਦੱਸ ਸਕਦਾ ਵੀ ਕਿਹੜੇ ਹਮਲੇ 'ਚ ਆਪਾਂ ਕਿੰਨੀਆਂ ਕੁੜੀਆਂ ਦਿੱਤੀਆਂ, ਕਿੰਨਾ ਧਨ ਦਿੱਤਾ, ਕਿੰਨੀ ਬੇਇੱਜ਼ਤੀ ਸਹੀ, ਫਿਰ ਵੀ ਸਾਨੂੰ ਕੋਈ ਗੁੱਸਾ ਨਹੀਂ। ਸਾਡੀ ਰਾਜ ਕਰਦਾ ਪਰ ਫਿਰ ਸਾਡੇ ਜਿਹੜੇ ਹਾਕਮ ਨੇ, ਹੁਣ ਮੰਨ ਲਓ ਪ੍ਰਧਾਨ ਮੰਤਰੀ ਹੈ, ਕਿ ਉਹ ਇਸ ਗੱਲ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਹੇ ਵੀ ਅਸੀਂ ਕਾਰਪੋਰੇਟ ਸੈਕਟਰ ਦੇ ਹੱਥੋਂ ਵਿਕ ਰਹੇ ਆ ਜਾਂ ਅਸੀਂ ਵਿਦੇਸ਼ੀ ਤਾਕਤਾਂ ਦੇ ਹੱਥੋਂ ਵਿਕ ਰਹੇ ਆ, ਸਾਡੀ ਆਰਥਿਕਤਾ ਦੇ ਉੱਤੇ ਵੱਡਾ, ਇਹਨੂੰ ਆਰਥਿਕ ਟੈਰਰਿਜ਼ਮ ਕਹਿ ਸਕਦੇ ਆ ਆਪਾਂ ਨਾ। ਇਹਨਾਂ ਨੂੰ ਸਾਰੀ ਸਮਝ ਹੈ, ਗੈਰਤ ਨਹੀਂ ਹੈ। ਰਾਸ਼ਟਰੀ ਗੈਰਤ ਹੁੰਦੀ ਹੈ ਨਾ ਜਿਹੜੀ, ਵੀ ਮੇਰੇ ਦੇਸ਼ ਬਣੀ ਕੋਈ ਬੰਦਾ ਅੱਖ ਚੱਕ ਕੇ ਕਿਵੇਂ ਝਾਕ ਪਏ। ਕਮਾਲ ਕਰ ਰਹੇ ਹੋ। ਉਹ ਤਾਂ ਕਹਿੰਦੇ ਮੈਂ ਦੇਸ਼ ਵਿਕਣ ਨਹੀਂ ਦੇਣਾ, ਉਹ ਇੱਕ ਨਾਰਾ ਦਿੱਤਾ ਸੀ, ਦੇਸ਼ ਨਹੀਂ ਵਿਕਣੇ ਦੂੰਗਾ, ਦੇਸ਼ ਨਹੀਂ ਵਿਕਣੇ ਦੂੰਗਾ, ਪਰ ਦੇਸ਼ 'ਚ ਰਿਹਾ ਕੱਖ ਨਹੀਂ। ਕਿਹੜੀ ਚੀਜ਼ ਨੂੰ ਦੇਸ਼ ਕਹਿੰਦਾ ਹੈ? ਜਿੰਨਾ ਪਬਲਿਕ ਸੈਕਟਰ ਸੀ ਇਹਨੇ ਸਾਰਾ ਵੇਚਤਾ। ਆਪ ਦੱਸ ਇਹਨੇ ਕੀ ਬਣਾਇਆ? ਦੱਸ ਦਿਓ, ਕਿ ਕਮਰਾ ਪਾ ਕੇ ਦਿੱਤਾ ਤਾਂ ਪਬਲਿਕ ਨੂੰ। ਉਹ ਮੂਰਤੀ ਬਣਾਈ ਹੈ ਏਡੀ ਵੱਡੀ, ਉੱਥੇ 3000 ਕਰੋੜ ਉੱਤੇ ਲੱਗੇ। ਇਹ ਜੇ ਹੋਰ ਬਣਾ ਦਿਓ। ਮੂਰਤੀਆਂ ਦੇ ਵਿੱਚੋਂ ਕਣਕ ਪੈਦਾ ਨਹੀਂ ਨਾ ਹੁੰਦੀ, ਨਾ ਜੀਰੀ ਪੈਦਾ ਹੋਵੇ, ਨਾ ਕੱਪੜਾ ਪੈਦਾ ਹੋਵੇ। ਮੂਰਤੀਆਂ 'ਚ ਤਾਂ ਪੂਜਾ ਪੈਦਾ ਹੁੰਦੀ ਹੈ, ਤੇ ਪੂਜਾ ਖਾਣਾ ਪੁਜਾਰੀ ਜਿਹੜਾ ਹੁੰਦਾ ਉਹ ਲੋਕਾਂ ਦਾ ਵਿਰੋਧੀ ਹੁੰਦਾ। ਉੱਥੇ ਲੋਕ ਵਿਰੋਧੀ ਤਾਕਤਾਂ ਤੇ ਗਰੁੱਪ ਪੈਦਾ ਹੋਣਗੇ। ਲੋਕ ਹਿੱਤਾਂ ਦੇ ਬੰਦੇ ਮੂਰਤੀਆਂ ਦੇ ਕੋਲੇ ਨਹੀਂ ਹੁੰਦੇ। ਪੰਜਾਬ ਦੇ ਕਿਸਾਨ ਦੇ ਹਿੱਤ 'ਚ ਕੀ ਹੈ, ਮੈਨੂੰ ਇਹ ਦੱਸੋ। ਉਹ ਕਿਵੇਂ ਲਾਹੇਵੰਦ ਹੋਊਗਾ? 2.5 ਕਿੱਲੇ 5 ਕਿੱਲੇ ਵਾਲਾ ਰਹਿ ਗਿਆ, ਉਹਨੂੰ ਤੁਸੀਂ ਪ੍ਰੋਫਿਟੇਬਲ ਕਿਵੇਂ ਬਣਾਓਗੇ? ਉਹਦਾ ਵਿਕਾਸ, ਆਰਥਿਕ ਵਿਕਾਸ ਕਿਵੇਂ ਕਰੋਗੇ? ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਕਿਸਾਨੀ ਬਹੁਤ ਨਿਗੂਣੀ ਹੈ। ਜੇ ਤੁਸੀਂ ਪੰਜਾਬ ਦੇ ਕਿਸਾਨ ਨੂੰ ਇਹ ਕਹੋ ਵੀ 5-10 ਕਿੱਲਿਆਂ ਵਾਲਾ ਬੰਦਾ ਵੀ ਚੌਥੇ ਦਰਜੇ ਦੇ ਮੁਲਾਜ਼ਮ ਹੈ, ਜਿਹੜਾ ਚੌਥੇ ਦਰਜੇ ਦਾ ਮੁਲਾਜ਼ਮ ਚਪੜਾਸੀ, ਉਹਦੇ ਜਿੰਨੀ ਉਹਦੀ ਆਮਦਨ ਨਹੀਂ ਹੁੰਦੀ। ਅੱਛਾ, ਹਾਂਜੀ, ਉਹਦੀ ਜੇ ਤਨਖਾਹ ਲਈ ਰੈਗੂਲਰ ਮੁਲਾਜ਼ਮ ਹੋਵੇ, ਚੌਥੇ ਦਰਜੇ ਦਾ ਮੁਲਾਜ਼ਮ ਹੋਵੇ, ਜੇ ਉਹਦੀ ਸਾਰੇ ਸਾਲ ਦੀ ਤਨਖਾਹ ਲਾ ਲਈਏ ਤਾਂ ਉਹਦੀ ਸਾਰੇ ਸਾਲ ਦੀ ਤਨਖਾਹ ਦੇ ਬਰਾਬਰ ਉਹਦੀ 5 ਕਿੱਲਿਆਂ 'ਚੋਂ ਆਮਦਨ ਨਹੀਂ ਹੋ ਸਕਦੀ। 2.5 ਤੇ 5 ਕਿੱਲਿਆਂ ਵਿੱਚ 80% ਕਿਸਾਨ ਹੈ। ਪਰ ਫਿਰ ਵੀ ਕਿਸਾਨ ਕਹਿੰਦਾ ਵੀ ਉਹ ਜਾਣੇ ਮੈਂ ਵਿੱਚ ਲੱਗਿਆ ਹੋਇਆ, ਮੈਂ ਮੰਗਣ ਤਾਂ ਨਾ ਜਾਵਾਂ, ਘਰ ਦੀ ਜਿੰਨੀ ਕੁ ਉਨੀ ਖਾ ਲਾਂ, ਜਿਉਣ ਜੋਗਾ ਹੀ ਛੱਡ ਦਿਓ। ਇਹ ਤਾਂ ਜਿਉਣ ਨਹੀਂ ਫਿਰਦਾ, ਕਮਾਉਣ ਨੂੰ ਤਾਂ ਫਿਰਦਾ ਹੀ ਨਹੀਂ। ਫਿਰ ਵੀ ਜਿਉਣ ਜੋਗਾ ਰਹਿਣ ਦੇ ਵਾਸਤੇ ਜਿੰਨੀ ਇਹ ਖੇਚਲ ਕਰਦਾ ਖਰਚ ਆਉਂਦਾ, ਕਾਸਟ, ਉਹ ਪੂਰਾ ਕਰਕੇ ਇਹਨੂੰ ਕੀਮਤ ਮਿਲ ਜੇ, ਇਹ ਜਿਉਂਦਾ ਰਹੂਗਾ। ਔਰ ਇਹਦਾ ਜਿਉਂਦਾ ਰਹਿਣਾ ਦੇਸ਼ ਦੇ ਭਲੇ ਹਿੱਤ 'ਚ ਹੈ। ਔਰ ਕਮਾਲ ਦੀ ਗੱਲ ਹੈ ਕਿ ਯੂਰਪ ਦਾ ਇੱਕ ਬਹੁਤ ਸਿਆਣਾ ਬੰਦਾ ਉਹ ਕਹਿੰਦਾ ਵੀ ਜਿਸ ਦੇਸ਼ ਦੀ ਕਿਸਾਨੀ ਅਮੀਰ ਹੁੰਦੀ ਹੈ, ਤਕੜੀ ਹੁੰਦੀ ਹੈ, ਉਹ ਦੇਸ਼ ਵੀ ਤਕੜਾ ਹੁੰਦਾ ਹੈ। ਜਿਸ ਦੇਸ਼ ਦੀ ਕਿਸਾਨੀ ਨਹੀਂ ਤਕੜੀ, ਉਹ ਦੇਸ਼ ਤਕੜਾ ਨਹੀਂ ਹੁੰਦਾ। ਦੇਸ਼ ਤਾਂ ਸਾਡੀ ਕਿਸਾਨੀ ਕਰਕੇ ਤਕੜਾ ਹੈ, ਦੂਜਿਆਂ ਤਾਂ ਸਾਰਾ ਕੁਝ ਬਾਹਰ ਪਿਆ। ਪਰ ਇੱਥੇ ਮੈਂ ਤੁਹਾਨੂੰ ਟੋਕ ਰਿਹਾ, ਜਿਹੜੇ ਭਾਜਪਾ ਦੇ ਲੀਡਰ, ਚਾਹੇ ਉਹ ਖੇਤੀਬਾੜੀ ਮੰਤਰੀ ਆਏ ਹੋਣ, ਚਾਹੇ ਪ੍ਰਧਾਨ ਮੰਤਰੀ ਨੇ ਵੀ ਇੱਕ ਬਿਆਨ ਦਿੱਤਾ ਕਿ ਜਿਹੜੀ 2022 ਦਾ ਅਸੀਂ ਵਾਅਦਾ ਕੀਤਾ ਕਿ ਕਿਸਾਨੀ ਦੀ ਆਮਦਨ ਦੁੱਗਣੀ ਕਰ ਦੇਣੀ ਹੈ, ਇਹ ਉਸੇ ਦੇ ਤਹਿਤ ਲਿਆ ਗਿਆ ਇੱਕ ਸਟੈਪ ਹੈ, ਇਹਨੂੰ ਸਮਝਣਾ ਚਾਹੀਦਾ। ਉਹ ਕਹਿੰਦੇ ਵਾਹ ਕੀ ਬਾਤ ਹੈ। ਵੇਖੋ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ, ਅਜੇ ਤੱਕ ਤਾਂ ਇਹਨਾਂ ਨੇ ਉਹੀ ਲਾਗੂ ਨਹੀਂ ਕੀਤੀ, ਜਿਹੜੇ ਸਿਰਫ ਇਹੀ ਕਿਹਾ ਵੀ ਕਿਸਾਨ ਨੂੰ ਉਹਦੇ ਖਰਚੇ ਦਾ 50% ਨਫਾ ਦੇ ਦਿਓ, ਜਿੰਨਾ ਖਰਚ 50, ਇਹ ਤੋਂ ਵੱਧ ਨਹੀਂ ਕਹਿੰਦਾ। ਇਹ 50 ਤੱਕ ਕੀ ਦੇਣਾ ਜੀ, 5 ਦੇਣ ਨੂੰ ਤਿਆਰ ਨਹੀਂ। ਜਿਹੜੇ ਖਰਚੇ ਤੇ ਤੁਹਾਨੂੰ 5% ਨਫਾ ਦੇਣ ਨੂੰ ਕੋਈ ਤਿਆਰ ਨਹੀਂ, ਤੇ ਉਸ ਕਿਸਾਨ ਦੀ ਆਮਦਨ ਦੁੱਗਣੀ ਕਿਵੇਂ ਕਰ ਦੇਣਗੇ? ਇਹਨਾਂ ਕੋਲ ਕਿਹੜਾ ਅਲਾਦੀਨ ਦਾ ਲੈਂਪ ਹੈ ਜਿਹੜਾ ਰਗੜ ਕੇ ਪੈਦਾ ਕਰ ਦੇਣਗੇ? ਕਾਰਪੋਰੇਟ ਆ ਕੇ ਨਹੀਂ ਕੁਝ ਕਰ ਪਾਊਗਾ। ਕਾਰਪੋਰੇਟ ਸਿਰਫ ਆਪਦਾ ਫਾਇਦਾ ਕਮਾਊ, ਕਿਸਾਨ ਨੂੰ ਫਾਇਦਾ ਨਹੀਂ। ਵੇਖੋ, ਜਿਹੜਾ ਵਪਾਰੀ ਹੁੰਦਾ ਉਹ ਦਾਨੀ ਨਹੀਂ ਹੁੰਦਾ। ਯਾਦ ਰੱਖਿਓ ਵੀ ਆਹ ਚੱਕੂ ਜੀ ਪੈਸੇ ਦਾਨ ਕਰਦਾ, ਉਹ ਤਾਂ ਨਫਾ ਖੜਦਾ। ਤੇ ਜਦੋਂ ਤੁਹਾਡੀ ਕਿਰਤ ਦਾ ਨਫਾ ਬਗਾਨੇ ਹੱਥ 'ਚ ਹੈ, ਤੇ ਤੁਸੀਂ ਕਿਵੇਂ ਤਕੜੇ ਹੋ ਜਾਓਗੇ? ਕਾਰਪੋਰੇਟ ਨੇ ਤੁਹਾਡੀ ਕੀਮਤ ਤੈਅ ਕਰਨੀ ਹੈ, ਕਾਰਪੋਰੇਟ ਨੇ ਤੁਹਾਡਾ ਮਾਲ ਲੈਣਾ ਹੈ। ਤੁਹਾਡੀ ਇਹ ਸਮੱਸਿਆ ਵੀ ਤੁਸੀਂ ਜਿਹੜੀ ਚੀਜ਼ ਪੈਦਾ ਕਰ ਲਈ ਤੁਹਾਨੂੰ ਉਸੇ ਵਕਤ ਹੀ ਵੇਚਣੀ ਪੈਣੀ ਹੈ। ਜੇ ਨਹੀਂ ਵੇਚਦੀ ਤੁਹਾਨੂੰ ਦੁਬਾਰੇ ਨਹੀਂ ਮਿਲਣੀ। ਪੈਸਾ ਤੁਹਾਨੂੰ ਲਾਉਣਾ ਹੈ ਨਾ, ਘਰ ਦਾ ਖਰਚਾ, ਬਜ਼ੁਰਗ ਬਿਮਾਰ, ਧੀ ਪੁੱਤ ਦਾ ਵਿਆਹ, ਕੋਈ ਘਰ ਦੇ ਵਿੱਚ ਕੋਈ ਟੁੱਟ ਭੱਜ ਗਈ ਚੀਜ਼ ਉਹ ਲੈਣੀ, ਕੋਈ ਬਿਮਾਰ ਹੁੰਦਾ ਬਜ਼ੁਰਗ, ਆਪ ਬਿਮਾਰ ਹੋ ਜਾਂਦਾ, ਉਹਨੂੰ ਪੈਸਾ ਚਾਹੀਦਾ। ਸਾਲ ਭਰ ਉਹਦਾ ਪੈਸਾ ਲੱਗਿਆ ਹੁੰਦਾ, ਉਹਦਾ ਵੀ ਫਸਲ ਆਈ ਹੈ, ਪਹਿਲਾਂ ਇਹ ਮੋੜ ਗਏ। ਜੇ ਫਸਲ ਲੱਗੀ ਦੇ ਉੱਤੇ ਇੰਨਾ ਖਰਚਾ, ਜੇ ਉਹ ਮੋੜਿਆ ਨਹੀਂ, ਅਗਲੇ ਸਾਲ ਉਹਨੂੰ ਕੀ ਨਹੀਂ ਦੇਣਾ? ਇਹਨਾਂ ਨੇ ਮੁੱਲ ਨਹੀਂ ਦੇਣਾ, ਕਿਸਾਨ ਤੋਂ ਕਰਜ਼ਾ ਮੁੜਨਾ ਨਹੀਂ, ਤੇ ਕਿਸਾਨ ਕਾਹਦੀ ਕਿਸਾਨੀ ਕਰੂਗਾ? ਠੀਕ ਹੈ ਨਾ?
ਇਹ ਜਿਹੜਾ ਹੁਣ ਐਜੀਟੇਸ਼ਨ ਹੋ ਰਿਹਾ ਹੈ, ਹਾਂ। ਪਹਿਲਾਂ ਬਹੁਤ ਐਜੀਟੇਸ਼ਨ ਹੋਏ, ਪੰਜਾਬ ਨੇ ਬੜੇ ਐਜੀਟੇਸ਼ਨ ਦੇਖੇ ਨੇ, ਸਰਕਾਰਾਂ ਐਜੀਟੇਸ਼ਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰਦੀਆਂ ਹੈ। ਇਸ ਐਜੀਟੇਸ਼ਨ ਚੋਂ ਕੁਝ ਨਿਕਲੂਗਾ ਤੁਹਾਨੂੰ ਲੱਗਦਾ ਹੈ? ਜੇ ਤਾਂ ਕਿਸਾਨ ਬਣ ਕੇ ਰਹੇ, ਪੱਕੀ ਗੱਲ ਹੈ ਨਿਕਲੂਗਾ। ਹੂੰ ਕਿਸਾਨਾਂ ਨਾਲ ਜਿਹੜੀ ਨੁਮਾਇੰਦਗੀ ਆ ਕੋਈ ਧਾਰਮਿਕ ਬੰਦਾ ਨਾ ਕਰੇ। ਧਾਰਮਿਕ ਬੰਦੇ ਕੋਲ ਆਰਥਿਕ ਵਿਜ਼ਨ ਨਹੀਂ ਹੁੰਦਾ, ਯਾਦ ਰੱਖਿਓ। ਉਹ ਤੁਹਾਨੂੰ ਸਪਿਰਚੁਅਲ ਮੁਕਤੀ ਤਾਂ ਦੇ ਦੂ, ਥੋੜਾ ਸੱਤਵੇਂ ਅਸਮਾਨ 'ਚ ਥੋੜਾ ਮੰਜਾ ਵੀ ਢਾਹ ਦੂਗਾ ਕਿਸੇ ਨਾ ਕਿਸੇ ਸੁਰਗ 'ਚ। ਉੱਥੇ ਤੁਸੀਂ ਸ਼ਰਾਬ ਵੀ ਪੀ ਸਕਦੇ ਹੋ ਸੁਰਗ 'ਚ, ਪਰੀਆਂ ਤੁਹਾਡੇ ਅੱਗੇ ਪਿੱਛੇ ਨੱਚਣਗੀਆਂ। ਇਹ ਧਾਰਮਿਕ ਬੰਦਾ ਤੁਹਾਡੇ ਲਈ ਨਾ ਤੁਹਾਨੂੰ ਪੱਕੀ ਨਾ ਰਜਿਸਟਰੀ ਕਰਵਾ ਕੇ ਦਿਓ ਵੀ ਤੁਸੀਂ ਮੇਰੇ ਕੋਲੇ ਆਓ, ਮੱਥਾ ਟੇਕੋ ਤੇ ਮੇਰੇ ਅਨੁਸਾਰ ਚੱਲੋ। ਸੁਰਗ ਤੁਹਾਡਾ ਮੈਂ ਰਜਿਸਟਰੀ ਕਰਵਾਤੀ ਹੈ, ਸੀਟ ਰਿਜ਼ਰਵ ਹੈ, ਥੱਲੇ ਦਰਿਆ ਵਗਦਾ ਸ਼ਰਾਬ ਦਾ, ਤੇ ਅੱਗੇ ਪਿੱਛੇ ਪਰੀਆਂ ਖੜੀਆਂ ਹੂਰਾਂ। ਠੀਕ ਹੈ, ਉਹ ਤਾਂ ਕਰ ਦੂ, ਪਰ ਧਰਤੀ ਦੀ ਆਰਥਿਕਤਾ ਦਾ ਉਹਦੇ ਕੋਲੇ ਵਿਜ਼ਨ ਨਹੀਂ ਹੁੰਦਾ। ਉਹ ਧਰਤੀ ਦੀ ਆਰਥਿਕਤਾ ਦਾ ਸਮਾਂ ਉਹ ਜਿਹੜੀ ਪੁਜਾਰੀ ਸ਼੍ਰੇਣੀ ਹੁੰਦੀ ਹੈ, ਉਹ ਕਿਸਾਨ ਦੀ, ਕਿਰਤੀ ਦੀ, ਮਜ਼ਦੂਰ ਦੀ, ਗਰੀਬ ਦੀ ਵਿਰੋਧੀ ਹੁੰਦੀ ਹੈ। ਦੇਖੋ ਨਾ, ਕਰਦੇ ਰੱਬ ਦਾ ਨਾਂ ਲੈਂਦੇ ਲੈਂਦੇ ਆਖਣਗੇ ਭਾਈ ਕਰਮਾਂ ਨਾਲ ਬੰਦਾ ਭਗਤੀ ਕਰਕੇ ਬੰਦਾ ਰਾਜਾ ਬਣਦਾ ਹੈ। ਵੀ ਜਿੰਨੇ ਰਾਜੇ ਆਏ ਆ ਸਾਰੇ ਭਗਤੀ ਨਾਲ ਆਏ ਆ। ਇਹਦਾ ਮਤਲਬ ਇਹ ਹੋਇਆ ਨਾ, ਜਦੋਂ ਕਿ ਰਾਜੇ ਡਾਕੂ ਹੁੰਦੇ ਆ, ਜਦੋਂ ਕਿ ਰਾਜੇ ਹਜ਼ਾਰਾਂ ਨਹੀਂ ਲੱਖਾਂ ਬੰਦੇ ਮਾਰ ਕੇ ਫਿਰ ਰਾਜੇ ਬਣਦੇ ਆ, ਉਹਨਾਂ ਨੇ ਭਗਤੀ ਕਿਹੜੀ ਕੀਤੀ ਆ ਬਾਈ? ਜੋ ਨਰਿੰਦਰ ਮੋਦੀ ਨੇ ਕੋਈ ਭਗਤੀ ਨਹੀਂ ਕੀਤੀ। ਭਗਤੀ ਕਿਹੜੀ ਕੀਤੀ ਹੈ? ਭਗਤੀ ਵਾਲਾ ਕਿਹੜਾ ਵਕਤ ਸੀ ਇਹਦੇ ਕੋਲੇ? ਨਾ ਤਾਂ ਨੇ ਇਸ ਜਨਮ ਚ ਕੋਈ ਭਗਤੀ ਕੀਤੀ ਹੈ, ਨਾ ਇਸ ਜਨਮ ਚ ਪੜਿਆ। ਇਹ ਵੀ ਪੱਕੀ ਗੱਲ ਹੈ। ਕਿਸੇ ਵੀ ਕਾਲਜ ਦੇ ਵਿੱਚ ਇਹਦਾ ਰੈਗੂਲਰ ਦਾਖਲਾ ਨਹੀਂ, ਪ੍ਰਾਈਵੇਟ ਤੌਰ ਤੇ ਪੜ ਗਿਆ। ਕਿੰਨਾ ਪੜ ਗਿਆ ਅੱਜ ਤੱਕ ਲੋਕਾਂ ਨੂੰ ਸ਼ੱਕ ਹੈ, ਡਿਗਰੀਆਂ ਤੇ ਸ਼ੱਕ ਹੈ। ਜਿਹੜੇ ਪਾਸੇ ਇਮਤਿਹਾਨ ਦਿੰਦੇ ਨੇ ਬਿਹਾਰ ਵਾਲੇ ਪਾਸੇ, ਉਧਰਲੇ ਪਾਸੇ ਯੂਨੀਵਰਸਿਟੀਆਂ ਦਾ ਕਿੰਨਾ ਕੁ ਕਿਰਦਾਰ ਹੈ ਐਵਰੀਬਾਡੀ ਨੋਜ਼। ਬਿਨਾਂ ਹਾਜ਼ਰੀ ਤੋਂ ਵੀ ਉੱਥੇ ਹਾਜ਼ਰੀ ਲੱਗ ਜਾਂਦੀ ਹੈ, ਬਿਨਾਂ ਇਮਤਿਹਾਨ ਤੋਂ ਇਮਤਿਹਾਨ ਦਿੱਤਾ ਜਾ ਸਕਦਾ। ਤਾਂ ਆਪਾਂ ਐਜੀਟੇਸ਼ਨ ਦੀ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਕੋਈ ਧਾਰਮਿਕ ਬੰਦਾ ਅਗਵਾਈ ਨਾ ਕਰੇ, ਉਹਦੇ ਕੋਲ ਆਰਥਿਕ ਵਿਜ਼ਨ ਨਹੀਂ ਹੈ, ਤਾਂ ਇਹ ਅਗਵਾਈ ਕੌਣ ਕਰੇ ਫਿਰ? ਕੀ ਸਿਆਸੀ ਪਾਰਟੀਆਂ ਕਰਨ? ਨਹੀਂ, ਪਹਿਲੀ ਗੱਲ ਤਾਂ ਕਿਸਾਨ ਆਪਣੇ ਆਪ ਜਾਗੇ। ਜੇ ਕਿਸਾਨ ਨੇ ਆਪ ਦੀ ਪੂਛ ਕਿਸੇ ਸਿਆਸੀ ਪਾਰਟੀ ਨੂੰ ਦੇਤੀ, ਸਿਆਸੀ ਪਾਰਟੀਆਂ ਸਾਰੀਆਂ ਕਾਰਪੋਰੇਟ ਸੈਕਟਰ ਦੀਆਂ ਪਾਣੀ ਭਰਦੀਆਂ, ਭਾਵੇਂ ਉਹ ਰਾਸ਼ਟਰੀ ਪਾਰਟੀ ਹੈ, ਭਾਵੇਂ ਉਹ ਕਿਸੇ ਰਾਜ ਦੀ ਪਾਰਟੀ ਹੈ, ਖੇਤਰੀ ਪਾਰਟੀ ਹੈ। ਇਹ ਪੱਕੀ ਗੱਲ ਹੈ, ਨਾ ਲਈਏ ਆਪਾਂ ਤਾਂ ਵੀ ਪੱਕੀ ਗੱਲ ਹੈ ਕਿ ਸਾਰੀਆਂ ਕਾਰਪੋਰੇਟ ਸੈਕਟਰ ਦਾ ਪਾਣੀ ਭਰਦੀਆਂ। ਇਸ ਕਰਕੇ ਉਹਨਾਂ ਨੇ ਇਹਨਾਂ ਦੀ ਅਗਵਾਈ ਨਹੀਂ ਕਰਨੀ। ਉਹਨਾਂ ਨੇ ਇਹਨਾਂ ਨੂੰ ਹਿੰਦੂ, ਸਿੱਖ ਤੇ ਮੁਸਲਮਾਨ ਬਣਾ ਕੇ ਵੰਡ ਦੇਣਾ ਹੈ। ਇਸ ਐਜੀਟੇਸ਼ਨ ਚੋਂ ਵੀ ਇਸ ਬਕਾਇਦਾ ਤੁਸੀਂ ਵੇਖੋਗੇ, 1 ਮਹੀਨਾ ਠਹਿਰੋ ਤੇ ਇਹ ਲਾਈਨ ਸਾਹਮਣੇ ਆਉਣੀ ਹੈ। ਮਤਲਬ ਮੈਂ ਤਾਂ ਸਿੱਧੀ ਗੱਲ ਕਰਦਾ, ਤੁਸੀਂ ਨਹੀਂ ਕਰ ਰਹੇ ਤਾਂ, ਵੀ ਜਿਵੇਂ ਹੁਣ ਬੀਜੇਪੀ ਦੇ ਲੀਡਰਸ ਨੇ, ਕੀ ਤੁਹਾਨੂੰ ਲੱਗਦਾ ਵੀ ਜੇ ਉਹਨਾਂ ਨੂੰ ਇਹ ਨਾਂ ਦੱਸਿਆ ਸਿੱਧਾ ਜਾਂਦਾ ਤਾਂ ਉਹ ਕੱਲ ਨੂੰ ਜਿਵੇਂ ਕਮਿਊਨਲ ਲਾਈਨਸ ਦੇ ਉੱਤੇ ਗੱਲਾਂ ਹੁੰਦੀਆਂ ਪੰਜਾਬ 'ਚ, ਉਹ ਇਹ ਸਿੱਖ ਵਰਸਸ ਹਿੰਦੂ ਬਣਾਇਆ ਜਾ ਸਕਦਾ? ਸਿੱਖ ਹਿੰਦੂ, ਮੁਸਲਮਾਨ ਸਿੱਖ, ਇਹ ਤਾਂ ਸਾਡੇ ਕੋਲੇ ਬਹੁਤ ਤਕੜਾ ਫੰਡ ਹੈ ਪਿਛਲੇ 150 ਵਰੇ ਦਾ। ਇਸ ਐਜੀਟੇਸ਼ਨ ਨੂੰ ਹਾਂ ਜੀ, ਇਸ ਪਾਸੇ ਬਣਾਉਣਗੇ ਬਕਾਇਦਾ। ਇਹ ਘਰੇ ਬੈਠੇ ਗੱਲਾਂ ਕਰਨਗੇ, ਸਟੇਜ ਤੇ ਕੁਛ ਕਹਿਣਗੇ, ਦੁਕਾਨ ਤੇ ਕੁਛ ਕਹਿਣਗੇ, ਘਰੇ ਕੁਛ ਕਹਿਣਗੇ, ਤੁਰੇ ਜਾਂਦੇ ਗਰੀਬ ਨੂੰ ਟੀਚਰ ਵੀ ਕਰਨਗੇ, ਔਰ ਫਿਰਕਾ ਪ੍ਰਸਤੀ ਦੀਆਂ ਲੈਣਾ ਤੇ ਗੱਲ ਵੀ ਕਰਨਗੇ, ਜਾਤ ਪਾਤ ਦਾ ਨਾਂ ਲੈਣਗੇ। ਆ ਵੀ ਨਾਲ ਹੈ। ਪਰ ਹੁਣ ਕਾਨੂੰਨ ਬਣ ਗਿਆ, ਤੁਹਾਨੂੰ ਲੱਗਦਾ ਬਦਲਾਅ ਦੀ ਉਮੀਦ ਹੈਗੀ? ਜੇ ਸੜਕਾਂ ਤੇ ਕਾਨੂੰਨ ਬਣ ਜਾਵੇ, ਰਿਪੀਲ ਹੋ ਜਾਂਦਾ। ਸਰਕਾਰ 1 ਮਿੰਟ ਚ ਕਰ ਸਕਦੀ ਹੈ। ਸਰਕਾਰ ਜੇ ਘੰਟੇ 'ਚ ਕਾਨੂੰਨ ਪਾਸ ਕਰ ਸਕਦੀ ਹੈ। ਬਹੁ ਗਿਣਤੀ ਸਰਕਾਰ ਸੱਦਿਆ ਤੇ ਰਿਪੀਲ। ਆ ਵੇਖ, ਹਾਏ ਵੋਟ ਬੈਸ ਕਹਿੰਦੇ ਇਹਨੂੰ, ਇੱਕ ਵਾਰੀ ਹਾਏ ਕਾਨੂੰਨ ਬਣ ਗਿਆ। ਜੇ ਰਿਪੀਲ ਵੇਲੇ ਕਰਨਗੇ ਵੀ ਹਾਏ ਰਿਪੀਲ, ਗੱਲ ਰਿਪੀਲ ਹੋ ਗਿਆ। ਰਿਪੀਲ ਕਰਾਉਣਾ ਕੀ ਔਖਾ ਹੈ? ਨੀਅਤ ਸਿੱਧੀ ਚਾਹੀਦੀ ਹੈ। ਗਲਤੀ ਹੋ ਜਾਏ, ਨਾ ਚਾਹੁੰਦੇ ਗਲਤੀ ਹੋ ਜਾਏ, ਕਈ ਵਾਰੀ ਵਿਜ਼ਨ 'ਚ ਨਹੀਂ ਆਉਂਦੀ ਬੰਦਾ ਹੈ, ਪਰ ਜਦੋਂ ਸਾਰੇ ਕਹਿਣ ਵੀ ਆਪਾਂ ਗਲਤ ਹੋ ਗਏ, ਰਿਪੀਲ ਕਰਦੇ ਹੁਣ ਵੀ ਕੀਤਾ ਜਾ ਸਕਦਾ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਇਹਨੂੰ ਚੱਕ ਝੋਲੀ। ਫਿਰ ਇਹ ਮੋਰੀ ਕਿਹਨੂੰ ਹੋਣਾ ਪਊਗਾ? ਅੱਗੇ ਕੌਣ ਲੱਗੂਗਾ? ਇਹ ਤੈਅ ਕੌਣ ਕਰੂਗਾ ਵੀ ਕੀ ਕਰਨਾ ਕੀ ਨਹੀਂ? ਕਿਸਾਨ ਦੀ ਵੱਡੀ ਚੇਤਨਾ, ਕਿਸਾਨ ਦੇ ਵਿੱਚ ਸਿੱਖਿਆ ਆਉਣੀ, ਕਿਸਾਨ ਦੇ ਬੱਚਿਆਂ ਦਾ ਨਾਲ ਸ਼ਾਮਲ ਹੋਣਾ, ਔਰ ਪੜ੍ਹੇ ਲਿਖੇ ਵਿਦਵਾਨ ਬੁੱਧੀਜੀਵੀ ਜਿਹੜੇ ਖਾਸ ਤੌਰ ਤੇ ਖੇਤੀਬਾੜੀ ਦੇ ਅਰਥ ਸ਼ਾਸਤਰੀ ਹੈ, ਖੇਤੀਬਾੜੀ ਦੇ ਉਹ ਨਾਲ ਆਉਣ। ਹੈਗੇ ਖੇਤੀਬਾੜੀ ਦੇ ਅਰਥ ਸ਼ਾਸਤਰੀ ਪੰਜਾਬ 'ਚ ਵੀ ਹੈ, ਬੰਗਾਲ 'ਚ ਵੀ ਹੈ, ਹਰਿਆਣੇ 'ਚ ਵੀ ਹੈ,
ਉਹ ਸਾਹਮਣੇ ਆਉਣ, ਉਹ ਇਹਨਾਂ ਦੀ ਅਗਵਾਈ ਕਰਨ। ਇਹ ਪੱਕੀ ਗੱਲ ਹੈ ਕਿ ਕਿਸਾਨ ਧੋਖਾ ਨਹੀਂ ਦਿੰਦਾ, ਕਿਸਾਨ ਨੂੰ ਕੋਈ ਹੋਰ ਆ ਕੇ ਧੋਖਾ ਦੇ ਸਕਦਾ ਹੈ। ਉਹ ਅਗਵਾਈ ਕਰਨ ਤੇ ਉਹ ਕਾਮਯਾਬ ਹੋਣਗੇ, ਇਹਦਾ ਫਸਤਾ ਵੱਢਿਆ ਜਾਊਗਾ। ਤਾਂ ਸਾਨੂੰ ਰੇਲਾ ਰੋਕਣ ਨਾਲ ਜਾਂ ਸ਼ੰਭੂ ਬਾਰਡਰ ਰੋਕਣ ਨਾਲ ਕੋਈ ਫਾਇਦਾ ਹੋਊਗਾ? ਉਹ ਤਾਂ ਇਸ ਤਰ੍ਹਾਂ ਹੈ ਵੀ ਜਿਹੜਾ ਲੋਕਰਾਜੀ ਸਿਸਟਮ ਹੈ, ਇਹ ਸਾਡਾ ਨਾ ਵਿਰੋਧ ਜਤਾਉਣ ਦਾ ਇੱਕ ਤਰੀਕਾ ਹੈ ਵੀ। ਤਾਂ ਠੀਕ ਹੈ, ਤੁਹਾਨੂੰ ਲੱਗਦਾ ਉਹ ਵੀ ਇਹ ਹੋਣਾ? ਦੇਖੋ, ਹਿੰਸਕ ਨਹੀਂ ਹੋਣਾ, ਹਿੰਸਕ ਨਹੀਂ ਹੋਣਾ, ਹਿੰਸਕ ਨਹੀਂ ਹੋਣਾ। ਆਮਨ ਢੰਗ ਨਾਲ ਵੀ ਅਸੀਂ ਰੇਲ ਨਹੀਂ ਚੱਲਣ ਦੀ, ਧੰਨ ਭਾਗ ਜੀ। ਬੱਸਾਂ ਨਹੀਂ ਚੱਲਣ ਦੇਣੀਆਂ, ਧੰਨ ਭਾਗ ਜੀ। ਅਸੀਂ ਆਵਾਜਾਈ ਰੋਕ ਦੇਣੀ ਹੈ, ਧੰਨ ਭਾਗ ਜੀ। ਠੀਕ ਹੈ ਨਾ। ਪਰ ਇਹਦੇ ਨਾਲ ਵਧੀਆ ਹੋਰ ਵੀ ਹੈ, ਇਹ ਕਿਸੇ ਉਜਾੜ 'ਚ ਰੇਲਵੇ ਲਾਈਨ ਤੇ ਬਹਿੰਦੇ ਆ, ਉਹਦੇ ਨਾਲੋਂ ਕਿਸੇ ਪੋਲੀਟੀਸ਼ੀਅਨ ਦੇ ਘਰੇ ਤੇ ਉਹਦੀ ਕੋਠੀ ਤੇ ਅੱਗੇ ਬਹਿ ਜਾਣ। ਨਾਲੇ ਤਾਂ ਇਹ ਭੁੱਖੇ ਨਹੀਂ ਮਰਨਗੇ, ਨਾਲੇ ਗਾਲਾਂ ਦੇਣ ਦੀ ਲੋੜ ਨਹੀਂ, ਨਾਲੇ ਚੱਕ ਦਾਂਗੇ ਚੱਕਦੇ ਕਹਿਣ ਦੀ ਲੋੜ ਨਹੀਂ। ਤੇ ਸਾਹਮਣੇ ਜਦੋਂ 5-7 ਹਜ਼ਾਰ ਬੰਦਾ ਸਾਹਮਣੇ ਬੈਠਾ ਹੈ ਤੇ ਅੰਦਰ ਬੈਠਾ ਪੋਲੀਟੀਸ਼ੀਅਨ ਵੈਸੇ ਅੱਧਾ ਰਹਿ ਜੂ ਵੀ ਆ ਕੀ ਭਾਣਾ ਵਰਤ ਗਿਆ। ਇਸ ਕਰਕੇ ਨਾ ਇਹਨਾਂ ਦੇ ਦਰਵਾਜ਼ੇ ਘੇਰਨ, ਹਾਲਾਂਕਿ ਇਹਨਾਂ ਕੋਲੇ ਬਹੁਤ ਵੱਡੀ ਪੁਲਿਸ ਦੀ ਫੋਰਸ ਹੈ, CRPF ਹੈ, ਹੋਰ ਵੀ ਕੋਈ ਸੋ ਕਾਲਡ ਅਖੌਤੀ ਡਿਸਪਲਿਨਰੀ ਫੋਰਸਿਸ ਨੇ ਜਿਹੜੀਆਂ ਦੇਸ਼ ਦੇ ਰਜਵਾੜਾ ਸ਼ਾਹੀ ਦੀ ਰਾਖੀ ਕਰਦੀਆਂ। ਤਨਖਾਹ ਪਬਲਿਕ ਐਕਸਚੈਕਰ ਚੋਂ ਲੈਂਦੇ ਆ, ਰਾਖੀ ਦੇਸ਼ ਦੀ ਰਜਵਾੜਾ ਸ਼ਾਹੀ ਦੀ ਕਰਦੇ ਆ। ਪਰ ਮੈਨੂੰ ਇਹ ਦੱਸੋ ਵੀ ਦਿੱਲੀ ਦਾ ਤਖਤ ਹਿਲਾਇਆ ਜਾ ਸਕਦਾ ਹੈ ਕਿ ਨਹੀਂ? ਜੀ ਦਿੱਲੀ ਦਾ ਤਖਤ ਤਾਂ ਪੋਲਾ ਹੀ ਬਹੁਤ ਹੈ। ਦਿੱਲੀ ਦਾ ਤਖਤ ਤਾਂ ਜਦੋਂ ਕੋਈ ਬੰਦਾ ਕਾਬਲੋਂ ਚੱਲਦਾ ਉਦੋਂ ਪਹਿਲਾਂ ਹਿੱਲਣ ਲੱਗ ਜਾਂਦਾ। ਅੱਛਾ, ਹਾਂਜੀ, ਵਾਹ ਜੀ ਵਾਹ। ਦਿੱਲੀ ਦੇ ਤਖਤ ਦੇ ਤਾਂ ਪਾਵੇ ਨਹੀਂ ਹਨ, ਜਿਹੜਾ ਬੰਦਾ ਉੱਤੇ ਬੈਠਾ ਉਹੀ ਹਿੱਲੀ ਜਾਂਦਾ। ਪੰਜਾਬ ਦੇ ਨੌਜਵਾਨ 'ਚ ਸਮਰੱਥਾ ਹੈਗੀ ਵੀ ਉਹ ਹਿਲਾ ਦੂਗਾ? ਹਿਲਾ ਸਕਦਾ, ਪਰ ਜੇ ਸਿਆਣਾ ਹੋ। ਜੇ ਪੰਜਾਬ ਦਾ ਨੌਜਵਾਨ 1984 ਨੂੰ ਕੱਟੜ ਕਰਤਾ, ਫੇਰ ਨਹੀਂ ਹੋਣਾ। ਕਿਉਂਕਿ ਕੱਟੜਤਾ ਉਹਨਾਂ ਨੂੰ ਕੁੱਟਣ ਦੇ ਇਹਨਾਂ ਕੋਲੇ ਜਾਦੂ ਹੈ ਬਾਕਾਇਦਾ। ਉਹ ਕਿਵੇਂ? ਉਹ ਕਹਿੰਦੇ ਖੰਡਾ ਤੇ ਡੰਡਾ ਦਾ ਹੀ ਢਾ ਲੈਣਾ। ਗੱਲ ਕਰੋ ਚਿੰਤਨ ਦੀ, ਚੇਤਨਾ ਦੀ, ਸਿਆਸੀ ਚੇਤਨਾ ਦੀ। ਵੋਟਾਂ ਵੇਲੇ ਟਾਈਮ ਆਉਂਦਾ, ਕੰਨ ਤੋਂ ਫੜ ਕੇ ਕੁਰਸੀ ਤੋਂ ਬਾਹਰ ਲਾ ਦਿਓ, ਬੰਦਾ ਮੁੜ ਕੇ ਹਲਦਾ ਨਹੀਂ। ਜਿੱਦਾਂ ਬੰਦਾ ਹਾਰਦਾ ਨਾ ਵੱਡੇ ਤੋਂ ਵੱਡਾ ਪੋਲੀਟੀਸ਼ੀਅਨ, ਤੇ ਬੰਦੇ ਦਾ ਉਦੋਂ ਹੀ ਭਾਰ ਘਟ ਜਾਂਦਾ। ਇੰਦਰਾ ਗਾਂਧੀ ਜਿੱਦਾਂ ਹਾਰੀ ਸੀਗੇ ਨਾ, ਉਹਦਾ ਭਾਰ ਘਟ ਗਿਆ ਸੀ। ਜਿੰਨਾ ਚਿਰ ਬਾਹਰ ਰਹੀ ਉਹਦੀ ਸਿਹਤ ਕਮਜ਼ੋਰ ਹੋ ਗਈ, ਭਾਰ ਘਟ ਗਿਆ। ਜਿੱਦੇ ਦੁਬਾਰੇ ਚੁਣਗੀ ਦੁਬਾਰੇ ਫੇਰ ਮੋਟੀ ਹੋ ਗਈ ਸੀ ਉਹ। ਤਾਂ ਆਖਰੀ ਸਵਾਲ ਹੈ ਮੇਰਾ, ਗਾਇਕ ਤੇ ਗੀਤਕਾਰ, ਐਕਟਰ, ਇਹ ਲੋਕ ਵੀ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਸੜਕਾਂ ਤੇ ਇਸ ਤਰ੍ਹਾਂ ਉਤਰੇ ਹੈ? ਨਹੀਂ ਤਾਂ ਬੜੇ ਡਿਪਲੋਮੈਟ ਰਹੇ ਆ ਪੰਜਾਬ ਦੇ ਵੱਡੇ ਗਾਇਕ, ਕਦੇ ਸਰਕਾਰਾਂ ਦੇ ਜਾਂ ਨਿਜ਼ਾਮਾਂ ਦੇ ਖਿਲਾਫ ਉਹ ਬੋਲਿਆ ਨਹੀਂ ਕਰਦੇ ਸੀਗੇ। ਹੁਣ ਦਾ ਨੌਜਵਾਨ ਗਾਇਕ ਵੀ, ਗੀਤਕਾਰ ਵੀ, ਸਮਾਜ ਸੇਵੀ ਵੀ, ਹਰ ਤਰ੍ਹਾਂ ਦਾ ਵਰਗ ਜਿਹੜਾ ਬਾਹਰ ਆ ਰਿਹਾ, ਇਹਦੇ ਨਾਲ ਫਰਕ ਪਊਗਾ ਤੁਹਾਨੂੰ ਲੱਗਦਾ? ਦੇਖੋ, ਜਿਹੜਾ ਦੇਸ਼ ਦਾ ਬੁੱਧੀਜੀਵੀ, ਕਲਾਕਾਰ, ਸਾਹਿਤਕਾਰ ਜੇ ਸਿੱਧੀ ਨੀਤ ਨਾਲ ਇੱਥੇ ਆਉਂਦਾ ਹੈ ਤੇ ਸਾਡੀ ਉਹ ਤਾਕਤ ਹੈ। ਜੇ ਕਿਸੇ ਖੋਟ ਨਾਲ ਆਉਂਦਾ ਫਿਰ ਸਾਡੇ ਲਈ ਉਹ ਲਾਹਨਤ ਬਣ ਜਾਂਦਾ। ਇਹ ਤਾਂ ਹੁਣ ਉਹਨਾਂ ਨੂੰ ਸੋਚਣਾ ਪਊ ਵੀ ਅਸੀਂ ਸੱਚੇ ਦਿਲੋਂ ਆ ਕਿ ਝੂਠੇ ਦਿਲੋਂ ਆ। ਜੇ ਤੱਕ ਉਹਨਾਂ ਦੀ ਭਾਸ਼ਾ ਸੰਗੀਤ ਦੇ ਨਾਲ ਭਾਰੂ ਕਰਕੇ ਤੁਹਾਨੂੰ ਕਰਮ ਇੰਦਰੀਆਂ ਦੇ ਰਸਾਂ ਦੇ ਵਿੱਚ ਪਾਤਾ, ਫਿਰ ਤਾਂ ਤੁਸੀਂ ਜਾਓਗੇ ਠੋਕੇ। ਜੇ ਤੁਹਾਨੂੰ ਉਹਨਾਂ ਦੇ ਗੀਤ ਨੇ, ਸੰਗੀਤ ਨੇ ਤੇ ਚਿੰਤਨ ਨੇ, ਵਿਚਾਰ ਨੇ ਤੁਹਾਨੂੰ ਝੰਜੋੜਿਆ, ਰਸਾਂ ਤੋਂ ਬਾਹਰ ਕੱਢ ਲਿਆ, ਤੁਹਾਨੂੰ ਆਰਥਿਕ ਤੌਰ ਤੇ ਤੁਹਾਨੂੰ ਚੇਤਨ ਕਰਤਾ, ਤੇ ਫਿਰ ਉਹਨਾਂ ਦਾ ਯੋਗਦਾਨ ਸਹੀ ਹੋਊਗਾ। ਜੇ ਮਿਰਜ਼ਾ ਗਾਉਣ 'ਚ ਹੀ ਰਹੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਭੈੜ ਹੈ, ਸਾਡਾ ਨਾਇਕ ਮਿਰਜ਼ਾ। ਉਹ ਮਿਰਜ਼ਾ ਜਿਹੜਾ ਆਪਣੇ ਸਕਈ ਮਾਸੀ ਦੀ ਕੁੜੀ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਚੱਕ ਕੇ ਲਿਆਇਆ ਤੇ ਬੱਕੀ ਤੇ ਚੜ ਗਿਆ। ਮਗਰੋਂ ਸਕੀ ਮਾਸੀ ਦੀ ਕੁੜੀ, ਸਕੀ ਮਾਸੀ ਦੀ ਕੁੜੀ। ਹੁਣ ਸਕੀ ਮਾਸੀ ਦੀ ਕੁੜੀ ਨੂੰ ਚੱਕਣ ਵਾਲਾ ਬੰਦਾ ਸਾਡਾ ਨਾਇਕ ਹੋਵੇ, ਜਾਂ ਸਕੀ ਭੂਆ ਦੀ ਕੁੜੀ ਨੂੰ ਚੱਕਣ ਵਾਲਾ ਬੰਦਾ ਸਾਡਾ ਨਾਇਕ ਹੋਵੇ, ਠੀਕ ਹੈ, ਤੇ ਹਿਸਾਬ ਲਾ ਲਓ ਪੰਜਾਬ ਦਾ ਨਾਇਕ ਕਿਹੜਾ ਹੋ ਸਕਦਾ ਫਿਰ। ਜੇ ਤਾਂ ਇਹੋ ਜਿਹਾ ਗੀਤ ਗਾਉਣਗੇ ਫਿਰ ਤਾਂ ਇਹ ਰੱਬ ਰਾਖਾ ਕਿਤੇ ਆਪਦੇ ਘਰੇ ਬੈਠੇ ਰੋਮਾਂਸ ਦੀਆਂ ਕਵਿਤਾਵਾਂ ਲਿਖਣ, ਰੋਮਾਂਸ ਗਾਉਣ ਘਰੇ ਬਹਿ ਕੇ, ਚੌਂਕ 'ਚ ਖੜ ਕੇ ਨਾ ਗਾਉਣ। ਜੇ ਵਾਕਈ ਦਰਦ ਹੈ, ਵਾਕਈ ਦਰਦ ਹੈ, ਕਿਉਂਕਿ ਸ਼ਹਿਰਾਂ 'ਚ ਦਰਦ ਵੀ ਹੁੰਦਾ ਹੈ। ਪਾਸ਼ ਵਰਗ ਵੀ ਤਾਂ ਲਿਖਾਰੀ ਨੇ, ਯੂਰਪ ਦੇ ਵਿੱਚ ਵੀ ਇਸ ਤਰ੍ਹਾਂ ਦੇ ਲਿਖਾਰੀ ਨੇ, ਰਸ਼ੀਆ 'ਚ ਵੀ ਐਸੇ ਲਿਖਾਰੀ ਸੀਗੇ। ਜੇ ਇਹੋ ਜਿਹਾ ਦਰਦ ਹੈ ਤੇ ਫਿਰ ਨਾਲ ਖੜਨ, ਫਿਰ ਸਾਡੇ ਲਈ ਚਾਨਣ ਮਨਾਰਾ ਨੇ ਇਹ, ਫਿਰ ਫਰਕ ਪਾਉਣਗੇ। ਪੈਂਦਾ, ਕੁਦਰਤੀ ਗੱਲ ਹੈ। ਉਹਨਾਂ ਨੂੰ ਇੱਕ ਕੁਦਰਤ ਨੇ ਉਹਨਾਂ ਅੰਦਰ ਇੱਕ ਗੁਣ ਪਾਇਆ ਹੁੰਦਾ। ਜਿਵੇਂ ਕਲਾਕਾਰ ਗਾਉਣ ਵਾਲਾ ਹੈ, ਹਰ ਬੰਦਾ ਨਹੀਂ ਗਾ ਸਕਦਾ ਪਰ ਉਹੀ ਗਾਉਂਦਾ। ਇੱਕ ਬੰਦਾ ਸੰਗੀਤ ਵਾਲਾ ਹੈ, ਹਰ ਬੰਦਾ ਸੰਗੀਤ ਨਹੀਂ, ਮੈਨੂੰ ਫੜਾ ਦੇ ਮੈਂ ਬੈਂਜੋ ਨਹੀਂ ਵਜਾ ਸਕਦਾ, ਉਹ ਵਿੱਚੋਂ ਤਰਜਾਂ ਕੱਢਣ ਲੱਗ ਹੁਣ ਸੰਤਰਾ ਮੁਦਾਸੀ ਸਭ ਵਰਗੀਆਂ ਗੱਲਾਂ ਹੋਣੀਆਂ। ਹੁਣ ਸੰਤਰਾ ਜਿਹੜਾ ਉਦਾਸੀ ਹੈ ਉਹ ਕਬਰ ਝੁੱਟ ਖੜੇ, ਬਸ ਲੋਕਾਂ ਦੇ ਚੇਤਿਆਂ 'ਚ ਆ ਜੇ ਹੈਂ, ਫਿਰ ਠੀਕ ਹੈ। ਅਸੀਂ ਬੁੱਧੀਜੀਵੀ ਵਰਗ ਨੂੰ, ਹਰ ਵਰਗ ਨੂੰ, ਕਿਸਾਨ ਨੂੰ,
ਕਿਸਾਨ ਦੀ ਹਰ ਵਰਗ ਨੂੰ ਲੋੜ ਹੈ ਤੇ ਹਰ ਵਰਗ ਨੂੰ ਕਿਸਾਨ ਦੇ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਬਹੁਤ ਅੱਛੇ, ਜਿਉਂਦੇ ਰਹੋ, ਜਿਉਂਦੇ ਰਹੋ। ਹੈਂ। ਸੋ ਇਹ ਬਾਪੂ ਬਲਕੌਰ ਸਿੰਘ ਹੋਣਾ ਦੇ ਆਪਣੇ ਵਿਊਜ਼ ਨੇ ਜੋ ਇਹਨਾਂ ਨੇ ਸਾਂਝੇ ਕੀਤੇ ਨੇ। ਕੈਮਰਾ ਪਰਸਨ ਦੇਸਰਾਜ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ। ਜਿੰਨਾ ਮਰਜ਼ੀ ਕੋਈ ਬੰਦਾ ਸਾਧ ਹੋ ਕੇ ਉੱਥੇ ਵਗ ਜੇ, ਦਿੱਲੀ ਦਾ ਪਾਣੀ ਪੀਂਦਿਆਂ ਸਾਰੀ ਨਾ ਦੇਸ਼ ਦਾ ਵਿਰੋਧੀ ਹੋ ਜਾਂਦਾ ਹੈ। ਪਰ ਮੈਨੂੰ ਇਹ ਦੱਸੋ ਵੀ ਦਿੱਲੀ ਦਾ ਤਖਤ ਹਿਲਾਇਆ ਜਾ ਸਕਦਾ ਹੈ ਕਿ ਨਹੀਂ?